ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਵਾਰਿਓ, ਅੱਜ ਦੀ ਗੁਰਮਤਿ ਕਲਾਸ ਵਿੱਚ ਅਸੀਂ ਹਾਜ਼ਰੀ ਭਰਨ ਲਈ ਇਕੱਤਰ ਹੋਏ ਹਾਂ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਾਵਨ ਬਾਣੀ ਜਪ ਦੀ ਵਿਚਾਰ ਅਸੀਂ ਪਿਛਲੇ ਕੁਝ ਸਮੇਂ ਤੋਂ ਕਰ ਰਹੇ ਹਾਂ। ਪਹਿਲੀਆਂ 7 ਪੌੜੀਆਂ ਦੀ ਵਿਚਾਰ ਅਸੀਂ ਸਰਵਣ ਕਰ ਚੁੱਕੇ ਹਾਂ। ਇਸ ਵਿਚਾਰ ਦੀ ਸੇਵਾ ਵੀਰ ਪ੍ਰਭ ਕੀਰਤਨ ਸਿੰਘ ਜੀ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਤੋਂ ਆਪ ਜੀ ਦੇ ਨਾਲ ਰੋਜ਼ ਸਾਂਝੀ ਕਰਦੇ ਹਨ। ਅੱਜ ਜਿੱਥੇ 8ਵੀਂ ਤੇ 9ਵੀਂ ਪੌੜੀ ਦੀ ਵਿਚਾਰ ਸਾਡੇ ਨਾਲ ਸਾਂਝੀ ਕਰਨੀ ਹੈ, ਉਸ ਤੋਂ ਪਹਿਲਾਂ ਜੋ 7 ਪੌੜੀਆਂ ਵਿੱਚ ਅਸੀਂ ਪੜ੍ਹਿਆ ਹੈ, ਵਿਚਾਰਿਆ ਹੈ, ਇੱਕ ਦੂਜੇ ਨਾਲ ਸਾਂਝ ਪਾਈ ਹੈ, ਸੰਖੇਪ ਦੀ ਝਾਤ ਉਹਦੇ ਤੇ ਮਾਰ ਕੇ ਫਿਰ ਅਗਲੀਆਂ ਵਿਚਾਰਾਂ ਆਰੰਭ ਹੋਣਗੀਆਂ। ਤਾਂ ਮੈਂ ਬੇਨਤੀ ਕਰਦਾ ਹਾਂ ਵੀਰ ਪ੍ਰਭ ਕੀਰਤਨ ਸਿੰਘ ਜੀ ਨੂੰ ਕਿ ਅੱਜ ਦੀ ਵਿਚਾਰ ਆਰੰਭ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਹੁਣ ਤੱਕ ਜਿਵੇਂ ਕਿ ਵੀਰ ਜੀ ਨੇ ਦੱਸਿਆ ਹੈ ਕਿ ਆਪਾਂ 7 ਪੌੜੀਆਂ ਦੀ ਵਿਚਾਰ ਕਰ ਚੁੱਕੇ ਹਾਂ। ਇਸ ਤੋਂ ਪਹਿਲਾਂ ਕਿ ਹੁਣ ਅੱਗੇ ਵਧੀਏ, ਆਓ ਇੱਕ ਵਾਰੀ ਇਹਨਾਂ 7 ਪੌੜੀਆਂ ਦੀ ਸਾਰ ਜੋ ਆਪਾਂ ਇਉਂ ਕਹਿ ਲਈਏ ਕਿ ਇਹਨਾਂ 7 ਪੌੜੀਆਂ ਦੇ ਵਿੱਚ ਸਤਿਗੁਰੂ ਸਾਨੂੰ ਕਿੱਥੋਂ ਤੋਰ ਕੇ ਤੇ ਕਿੱਥੇ ਤੱਕ ਲੈ ਕੇ ਆਏ ਹਨ, ਇੱਕ ਵਾਰੀ ਇਹ ਸਮਝਣ ਦਾ ਯਤਨ ਕਰ ਲਈਏ। ਸਤਿਗੁਰੂ ਜੀ ਨੇ ਜਪ ਬਾਣੀ ਦੀ ਆਰੰਭਤਾ ਮੂਲ ਮੰਤਰ ਤੋਂ ਬਾਅਦ ਕੀਤੀ ਹੈ। ਸਭ ਤੋਂ ਪਹਿਲਾਂ ਸਤਿਗੁਰੂ ਜੀ ਨੇ ਸ਼ਲੋਕ ਜੋ ਲਿਖਿਆ ਹੈ, ਉਹਦੇ ਵਿੱਚ ਸਤਿਗੁਰਾਂ ਨੇ ਉਹ ਅਕਾਲ ਪੁਰਖ ਜਿਸ ਦਾ ਸਰੂਪ ਮੂਲ ਮੰਤਰ ਵਿੱਚ ਡਿਫਾਈਨ ਕੀਤਾ ਸੀ, ਜਿੱਥੇ ਅਕਾਲ ਪੁਰਖ ਨੂੰ ਜੋ ਨਾਮ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਸੀ, ਉਹ ਸਤ ਨਾਮ ਕਹਿ ਕੇ ਕੀਤਾ ਸੀ। ਉਸੇ ਗੱਲ ਨੂੰ ਸਤਿਗੁਰੂ ਅੱਗੇ ਸ਼ਲੋਕ ਦੇ ਵਿੱਚ ਦੁਹਰਾਉਂਦੇ ਹੋਏ ਉਸ ਨੂੰ ਸੱਚ ਕਹਿੰਦੇ ਹਨ ਕਿ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਤਾਂ ਇਹਦੇ ਵਿੱਚ ਵੀ ਸਤਿਗੁਰਾਂ ਨੇ ਅਕਾਲ ਪੁਰਖ ਦੀ ਹੀ ਗੱਲ ਕੀਤੀ ਹੈ। ਪਰ ਜੇ ਇਉਂ ਸਮਝੀਏ ਕਿ ਜਪ ਬਾਣੀ ਦੇ ਆਰੰਭ ਦੇ ਵਿੱਚ ਆਪਾਂ ਇਉਂ ਕਹੀਏ ਕਿ ਉਹ ਇਸ ਬਾਣੀ ਨੂੰ ਸਾਨੂੰ ਇੱਕ ਟਾਰਗੇਟ ਦੇ ਕੇ ਆਰੰਭ ਕਰਨਾ ਚਾਹੁੰਦੇ ਸਨ ਕਿ ਇਹ ਉਹ ਅਕਾਲ ਪੁਰਖ ਹੈ ਜੋ ਆਦਿ ਤੋਂ ਜੁਗਾਦ ਤੋਂ ਸੱਚ ਹੈ, ਉਸ ਦੀ ਹੋਂਦ ਹੈ, ਸਦਾ ਸਥਿਰ ਹੈ। ਉਹ ਹੁਣ ਵੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਸਦਾ ਸਥਿਰ ਰਹੇਗਾ। ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਤੋ ਇਹ ਇੱਕ ਕਿਸਮ ਨਾਲ ਸਤਿਗੁਰਾਂ ਨੇ ਇੱਥੋਂ ਵਿਸ਼ੇ ਨੂੰ ਸਮਝਾਉਣ ਦਾ ਆਰੰਭ ਕਰ ਦਿੱਤਾ। ਤੇ ਅਗਲੀ ਪੌੜੀ ਦੇ ਵਿੱਚੋਂ ਸਾਨੂੰ ਕਹਿੰਦੇ ਹਨ ਕਿ ਇਹ ਜੋ ਸੱਚ ਹੈ, ਸਾਡਾ ਮੰਤਵ ਜੀਵਨ ਦਾ ਸਚਿਆਰ ਬਣਨਾ ਹੈ। ਸਚਿਆਰ ਦਾ ਭਾਵ ਹੈ ਕਿ ਸੱਚ ਦੇ ਰਹਿਣ ਦੀ ਥਾਂ, ਭਾਵ ਸਾਡਾ ਹਿਰਦਾ ਉਸ ਅਕਾਲ ਪੁਰਖ ਦੇ, ਸੱਚ ਰੂਪੀ ਅਕਾਲ ਪੁਰਖ ਦੇ ਨਿਵਾਸ ਦਾ ਸਥਾਨ ਬਣ ਜਾਵੇ। ਪਰ ਇਹ ਕਿਵੇਂ ਹੋਏਗਾ? ਸਤਿਗੁਰੂ ਕਹਿੰਦੇ ਹਨ ਕਿ ਇਹ ਤਾਂ ਹੋਏਗਾ ਜੇ ਸਾਡੇ ਤੇ ਅਕਾਲ ਪੁਰਖ ਦੇ ਵਿਚਾਲੇ ਕੂੜ ਦੇ ਪਰਦੇ ਟੁੱਟ ਜਾਣ, ਤੇ ਫੇਰ ਹੀ ਅਸੀਂ ਇਹ ਸੱਚ ਦੇ ਘਰ ਬਣ ਸਕਦੇ ਹਾਂ, ਜਿੱਥੇ ਅਕਾਲ ਪੁਰਖ, ਸੱਚ ਰੂਪ ਅਕਾਲ ਪੁਰਖ ਨਿਵਾਸ ਕਰਦਾ ਹੋਵੇ। ਤਾਂ ਫਿਰ ਅੱਗੇ ਅਗਲੀ ਪੰਕਤੀ ਦੇ ਵਿੱਚ ਸਤਿਗੁਰਾਂ ਨੇ ਸਾਨੂੰ ਦੱਸਿਆ ਕਿ ਇਹਦੀ ਟੈਕਨੀਕ ਕੀ ਹੈ। ਇਸ ਤੋਂ ਪਹਿਲੀਆਂ ਪੰਕਤੀਆਂ ਵਿੱਚ ਸਤਿਗੁਰਾਂ ਨੇ
ਜਿਹੜੇ ਹੋਰ ਸਾਧਨ ਸਨ ਉਹਨਾਂ ਨੂੰ ਰੱਦ ਕਰ ਦਿੱਤਾ। ਆਪਾਂ ਉਹਨਾਂ ਵਿੱਚ ਨਹੀਂ ਜਾਂਦੇ, ਪਰ ਸਤਿਗੁਰੂ ਨੇ ਦੱਸਿਆ ਕਿ ਜੇ ਅਕਾਲ ਪੁਰਖ ਨੂੰ ਆਪਣੇ ਹਿਰਦੇ ਵਿੱਚ ਨਿਵਾਸ ਕਰਾਉਣਾ ਹੈ, ਪ੍ਰਗਟ ਕਰਨਾ ਹੈ, ਤਾਂ ਉਹਦੇ ਵਾਸਤੇ ਸਾਨੂੰ ਉਸ ਦੀ ਰਜ਼ਾਈ ਦੇ ਹੁਕਮ ਦੇ ਵਿੱਚ ਚੱਲਣਾ ਪਵੇਗਾ। ਰਜ਼ਾ ਦੇ ਮਾਲਕ ਹੁਕਮ ਦੇ ਉਹਦੇ ਹੁਕਮ ਵਿੱਚ ਚੱਲਣਾ ਪਵੇਗਾ। ਔਰ ਇਹੀ ਇੱਕੋ ਇੱਕ ਰਸਤਾ ਹੈ, ਇਹੀ ਇੱਕ ਧੁਰੋਂ ਲਿਖਿਆ ਰਸਤਾ ਹੈ। ਇਹਦੇ ਵਿੱਚ ਹੋਰ ਕੋਈ ਵਾਧਾ ਘਾਟਾ ਨਹੀਂ ਹੋ ਸਕਦਾ। ਸਤਿਗੁਰੂ ਕਹਿੰਦੇ ਹਨ, ਉਹ ਗੱਲ ਸਪਸ਼ਟ ਹੈ ਕਿ ਸਤਿਗੁਰੂ ਕਹਿੰਦੇ ਹਨ ਕਿ ਬਾਕੀ ਸਾਰੀਆਂ ਗੱਲਾਂ ਛੱਡ ਦਿਓ, ਕੇਵਲ ਉਸ ਰਜ਼ਾ ਦੇ ਮਾਲਕ ਦੇ ਹੁਕਮ ਦੇ ਵਿੱਚ ਚੱਲਣਾ ਸ਼ੁਰੂ ਕਰ ਦਿਓ, ਤਾਂ ਹੀ ਸਚਿਆਰੇ ਬਣਿਆ ਜਾ ਸਕਦਾ ਹੈ। ਤੇ ਸਚਿਆਰਾ ਦਾ ਅਰਥ ਆਪਾਂ ਨੂੰ ਪਹਿਲਾਂ ਸਮਝਾ ਚੁੱਕੇ ਹਨ, ਉਹ ਹਿਰਦਾ ਜਿਸ ਦੇ ਵਿੱਚ ਸੱਚ ਦਾ ਨਿਵਾਸ ਹੋ ਜਾਏ। ਤਾਂ ਅੱਗੇ ਸਤਿਗੁਰੂ ਜੀ ਫਿਰ ਸਾਨੂੰ ਹੁਕਮ ਦੀ ਸੋਝੀ ਬਖਸ਼ਣ ਦੀ ਜੋ ਯਤਨ ਕਰਦੇ ਹਨ। ਉਹ ਕਹਿੰਦੇ ਹਨ ਕਿ ਹੁਕਮ ਦੇ ਉੱਤੇ ਚੱਲਣਾ ਹੈ ਤਾਂ ਹੁਕਮ ਦੀ ਸੋਝੀ ਵੀ ਹੋਣੀ ਚਾਹੀਦੀ ਹੈ ਕਿ ਹੁਕਮ ਹੈ ਕੀ ਹੈ। ਤਾਂ ਇਹਦੇ ਵਿੱਚ ਵੀ ਪੂਰੀ ਪੌੜੀ ਦੇ ਵਿੱਚ ਸਤਿਗੁਰੂ ਸਾਨੂੰ ਹੁਕਮ ਦਾ ਗਿਆਨ ਬਖਸ਼ਦੇ ਹਨ ਕਿ ਹੁਕਮ ਦੇ ਬਾਰੇ ਬਹੁਤ ਸਾਰੀਆਂ ਵਿਸਥਾਰ ਦੇ ਵਿੱਚ ਸਾਨੂੰ ਗੱਲਾਂ ਦੱਸਦੇ ਹਨ ਕਿ ਹੁਕਮ ਕਿਸ ਤਰ੍ਹਾਂ ਦਾ ਹੈ। ਤੇ ਨਕਸ਼ਲ ਜੇ ਅਸੀਂ ਇਹੀ ਸਮਝੀਏ ਕਿ ਉਹ ਹੁਕਮ ਐਸਾ ਹੈ ਕਿ ਜਿਹੜਾ ਸਭ ਨੂੰ ਚਲਾ ਰਿਹਾ ਹੈ, ਹਰ ਵਸਤੂ ਇਸ ਬ੍ਰਹਿਮੰਡ ਦੀ ਉਸ ਦੇ ਹੁਕਮ ਦੇ ਵਿੱਚ ਚੱਲ ਰਹੀ ਹੈ। ਉਸ ਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੈ। ਕਿਸੇ ਹੋਰ ਦੇ ਹੱਥ ਦੇ ਵਿੱਚ ਆਪਣੀ ਮਰਜ਼ੀ ਦੇ ਨਾਲ ਹੋਰ ਕੁਝ ਕਰਨਾ ਸਤਿਗੁਰਾਂ ਨੇ ਨਹੀਂ। ਤਾਂ ਫਿਰ ਅਸੀਂ ਹਮੇਸ਼ਾ ਇਹ ਯਤਨ ਕਰਦੇ ਹਾਂ ਕਿ ਅਸੀਂ ਉਹਦੇ ਹੁਕਮ ਦੀ ਉਲੰਘਣਾ ਕਰੀਏ। ਤਾਂ ਸਤਿਗੁਰੂ ਕਹਿੰਦੇ ਹਨ ਕਿ ਜੇ ਕਿਸੇ ਨੂੰ ਹੁਕਮ ਦੇ ਵਿਸਥਾਰ ਦੀ, ਹੁਕਮ ਦੀ ਸਹੀ ਅਰਥਾਂ ਦੇ ਵਿੱਚ ਸੋਝੀ ਪੈ ਜਾਵੇ, ਤਾਂ ਉਹ ਹੁਕਮ ਨਾਨਕ ਹੁਕਮ ਹੈ ਜੇ ਬੁਝੈ ਭਾਵ, ਸਾਨੂੰ ਹੁਕਮ ਦੀ ਸੋਝੀ ਪੈ ਜਾਵੇ, ਸਮਝ ਲੱਗ ਜਾਵੇ, ਤਾਂ ਆਪਣੇ ਜੀਵਨ ਦਾ ਜੋ ਹਉਮੈ ਵਾਲਾ ਜੀਵਨ ਹੈ, ਸਵਾਰਥ ਵਾਲਾ ਜੀਵਨ ਹੈ, ਮੈਂ ਵਾਲਾ ਜੀਵਨ ਹੈ, ਉਹ ਆਪਣੇ ਆਪ ਖਤਮ ਹੋ ਜਾਂਦਾ ਹੈ। ਤਾਂ ਸਤਿਗੁਰਾਂ ਨੇ ਇਸ ਪੌੜੀ ਦੇ ਵਿੱਚ ਸਾਨੂੰ ਹੁਕਮ ਦੀ ਸੋਝੀ ਬਖਸ਼ਣ ਦੀ ਕੋਸ਼ਿਸ਼ ਕੀਤੀ ਹੈ ਕਿ ਭਾਈ ਸਮਝ ਜਾਓ ਕਿ ਅਸੀਂ ਜੋ ਮਰਜ਼ੀ ਕਰ ਲਈਏ। ਇਤਨੀਆਂ ਐਗਜ਼ਾਮਪਲਸ ਦੇ ਕੇ ਸਤਿਗੁਰਾਂ ਨੇ ਸਮਝਾਇਆ ਹੈ ਕਿ ਬਈ ਇਸ ਤੋਂ ਬਾਹਰ ਤਾਂ ਕੋਈ ਹੈ ਨਹੀਂ। ਚੱਲਣਾ ਤਾਂ ਅਸੀਂ ਹੁਕਮ ਦੇ ਵਿੱਚ ਹੀ ਹੈ, ਲੇਕਿਨ ਉਸ ਹੁਕਮ ਨੂੰ ਸੁਣ ਕੇ ਉਹਦੇ ਉੱਤੇ ਚੱਲੋਗੇ ਤੇ ਤਾਂ ਹੀ ਅਸੀਂ ਸਚਿਆਰ ਦੀ ਅਵਸਥਾ ਦੇ ਉੱਤੇ ਪਹੁੰਚ ਸਕਦੇ ਹਾਂ। ਪਰ ਅੱਗੇ ਸਵਾਲ ਪੈਦਾ ਹੋ ਗਿਆ ਕਿ ਇਹ ਜੋ ਹੁਕਮ ਹਰ ਜਗ੍ਹਾ ਦੇ ਉੱਤੇ ਵਰਤ ਰਿਹਾ ਹੈ, ਇਹ ਹਰ ਬੰਦੇ ਨੂੰ ਇੱਕੋ ਤਰ੍ਹਾਂ ਨਾਲ ਸਮਝ ਨਹੀਂ ਆ ਰਿਹਾ। ਸਤਿਗੁਰੂ ਕਹਿੰਦੇ ਹਨ ਤੇ ਇਹਦੇ ਵਿੱਚ ਵੀ ਉਹਦਾ ਹੁਕਮ ਹੀ ਆਪਾਂ ਕਹਿ ਸਕਦੇ ਹਾਂ ਕਿ ਹੈ, ਕਿ ਕੋਈ ਉਸ ਨੂੰ ਕਿਸ ਤਰ੍ਹਾਂ ਸਮਝ ਰਿਹਾ ਹੈ, ਕੋਈ ਕਿਸ ਤਰ੍ਹਾਂ ਸਮਝ ਰਿਹਾ ਹੈ। ਬਸ ਅਸੀਂ ਤਾਂ ਇਸ ਬਾਰੇ ਵੀ ਜੋ ਇੰਨੀਆਂ ਡਿਫਰੈਂਟ ਢੰਗਾਂ ਦੇ ਨਾਲ ਵਿਆਖਿਆਵਾਂ ਕੀਤੀਆਂ ਜਾ ਰਹੀਆਂ ਹਨ ਉਸ ਅਕਾਲ ਪੁਰਖ ਦੀਆਂ, ਉਸ ਦੇ ਹੁਕਮ ਦੀਆਂ, ਉਹ ਕੀ ਚਾਹੁੰਦਾ ਹੈ ਸਾਡੇ ਤੋਂ, ਸਾਨੂੰ ਕਿਸ ਤਰ੍ਹਾਂ ਦਾ ਜੀਵਨ ਚਾਹੀਦਾ ਹੈ, ਤਾਂ ਉਹ ਸਤਿਗੁਰੂ ਕਹਿੰਦੇ ਹਨ ਕਿ ਅਖੀਰ ਦੇ ਉੱਤੇ ਜਿਹੜੀ ਗੱਲ ਮੁੱਕਦੀ ਹੈ ਉਹ ਇਸੇ ਗੱਲ ਉੱਤੇ ਮੁੱਕਦੀ ਹੈ ਕਿ ਜੋ ਹੋ ਰਿਹਾ ਹੈ ਉਹ ਉਸ ਦੇ ਹੁਕਮ ਵਿੱਚ ਹੀ ਹੋ ਰਿਹਾ ਹੈ। ਔਰ ਉਹ ਅਕਾਲ ਪੁਰਖ ਸਾਰਿਆਂ ਨੂੰ ਹੀ ਸਾਰੇ ਰਾਹਾਂ ਦੇ ਉੱਤੇ ਚਲਾ ਰਿਹਾ ਹੈ, ਜਿਨ੍ਹਾਂ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਇਹ ਵੀ ਰਾਹ ਸ਼ਾਮਲ ਹਨ। ਜਿਹੜੀ ਵੱਖੋ ਵੱਖਰੀ ਸਮਝ ਦੀਆਂ ਉਦਾਹਰਨਾਂ ਸਾਨੂੰ ਸਤਿਗੁਰੂ ਨੇ ਦਿੱਤੀਆਂ ਹਨ ਕਿ ਇਹ ਵੀ ਉਹਦੇ ਹੁਕਮ ਦੇ ਵਿੱਚ ਹੀ ਹੋ ਰਿਹਾ ਹੈ। ਤਾਂ ਅਕਾਲ ਪੁਰਖ ਸਾਰਿਆਂ ਨੂੰ ਆਪਣੇ ਹੁਕਮ ਦੇ ਵਿੱਚ ਚਲਾ ਰਿਹਾ ਹੈ, ਪਰ ਹੁਕਮ ਦੇ ਵਿੱਚ ਚਲਾਉਣ ਤੋਂ ਬਾਅਦ ਉਹ ਬੜੀ ਪ੍ਰਸੰਨਤਾ ਤੇ ਖੇੜੇ ਨਾਲ, ਵਿਗਸੈ ਦਾ ਭਾਵ ਹੈ ਕਿ ਖੇੜੇ ਵਿੱਚ, ਪ੍ਰਸੰਨਤਾ ਦੇ ਵਿੱਚ, ਔਰ ਬੇਪਰਵਾਹ ਹੈ ਕਿ ਉਹਨੂੰ ਕਿਸੇ ਗੱਲ ਦੀ ਪਰਵਾਹ ਨਹੀਂ। ਨਾ ਸਾਡੇ ਚੰਗੇ ਤੇ ਮਾੜੇ ਹੋਣ ਦੀ ਪਰਵਾਹ ਹੈ, ਨਾ ਸਾਡੇ ਆਸਤਿਕ ਤੇ ਨਾਸਤਿਕ ਹੋਣ ਦੀ ਪਰਵਾਹ ਹੈ, ਨਾ ਅਕਾਲ ਪੁਰਖ ਦੇ ਸਾਨੂੰ ਅਸੀਂ ਨਿੰਦਕ ਹਾਂ ਜਾਂ ਉਹਦੀ ਉਸਤਤ ਕਰਨ ਵਾਲੇ ਹਾਂ। ਅਕਾਲ ਪੁਰਖ ਨੂੰ ਇਹਨਾਂ ਚੀਜ਼ਾਂ ਨਾਲ ਕੋਈ ਮਤਲਬ ਨਹੀਂ। ਅਸੀਂ ਉਹਦੇ ਹੁਕਮ ਤੇ ਚੱਲਦੇ ਹਾਂ ਕਿ ਨਹੀਂ ਚੱਲਦੇ, ਉਹ ਅਕਾਲ ਪੁਰਖ ਦੇ ਬਾਰੇ ਸਾਨੂੰ ਕਹਿੰਦੇ ਸਭ ਤੇ ਹੀ ਕਿਰਪਾ ਦ੍ਰਿਸ਼ਟੀ ਕਰਕੇ ਇਸ ਜਗਤ ਨੂੰ ਸੰਭਾਲ ਰਿਹਾ ਹੈ। ਉਹ ਬੇਪਰਵਾਹ ਹੈ। ਕਿਉਂ? ਕਿਉਂਕਿ ਉਹ ਸਾਨੂੰ ਜਨਮ ਦੇਣ ਵਾਲਾ ਹੈ, ਸਾਡਾ ਪਾਲਕ ਹੈ। ਸਾਡੇ ਛੋਟੇ ਮੋਟੇ ਫਰਕਾਂ, ਸਾਡੇ ਛੋਟੇ ਮੋਟੇ ਗੁਨਾਹਾਂ, ਸਾਡੀਆਂ ਛੋਟੀਆਂ ਮੋਟੀਆਂ ਕਮੀਆਂ ਦੇ ਲਈ ਉਹਨੂੰ ਕੋਈ ਫਰਕ ਨਹੀਂ ਪੈਂਦਾ। ਉਹ ਹਰ ਤਰੀਕੇ ਨਾਲ ਖੁਸ਼ੀ ਦੇ ਵਿੱਚ ਆ ਕੇ, ਖੜਾਓ ਦੇ ਵਿੱਚ ਆ ਕੇ, ਪ੍ਰੇਮ ਦੇ ਵਿੱਚ ਆ ਕੇ ਸਾਡੀ ਸੰਭਾਲ ਕਰ ਰਿਹਾ ਹੈ। ਇਹ ਨਹੀਂ ਕਿ ਉਹ ਸਾਨੂੰ ਕੋਈ ਸਜ਼ਾ ਦੇਣ ਦੇ ਵਾਸਤੇ ਕੋਈ ਸੰਭਾਲ ਕਰ ਰਿਹਾ ਹੈ। ਉਹ ਖੁਸ਼ੀ ਦੇ ਵਿੱਚ, ਪ੍ਰਸੰਨਤਾ ਦੀ ਅਵਸਥਾ ਦੇ ਵਿੱਚ ਸਾਨੂੰ ਸੰਭਾਲ ਰਿਹਾ ਹੈ ਸਾਰੇ।
ਤੋ ਇਹ ਇੰਨੇ ਰੂਪ ਸਤਿਗੁਰਾਂ ਨੇ ਸਾਨੂੰ ਸਮਝਾਇਆ ਕਿ ਉਹਦੇ ਹੁਕਮ ਦੀ ਵਿਆਖਿਆ, ਅਕਾਲ ਪੁਰਖ ਦੀ ਵਿਆਖਿਆ ਇੰਨੇ ਤਰੀਕਿਆਂ ਨਾਲ ਕੀਤੀ ਜਾ ਰਹੀ ਹੈ, ਤਾਂ ਫਿਰ ਅਸੀਂ ਉਸ ਦੇ ਨਾਲ ਪ੍ਰੇਮ ਕਿਵੇਂ ਪਾਈਏ? ਤਾਂ ਸਤਿਗੁਰਾਂ ਨੇ ਹੁਣ ਅੱਗੇ ਸਾਨੂੰ ਜਿਹੜਾ ਗੁਰਮਤਿ ਦਾ ਰਾਹ ਹੈ ਉਹਦੇ ਉੱਤੇ ਤੋਰਨ ਲਈ ਸਤਿਗੁਰਾਂ ਨੇ ਦੱਸਿਆ ਕਿ ਭਾਈ ਜੇ ਉਸ ਨੂੰ ਪ੍ਰਸੰਨ ਕਰਨਾ ਹੈ, ਜੇ ਉਸ ਨੂੰ ਆਪਣੇ ਅੰਦਰ ਵਸਾਉਣਾ ਹੈ, ਤਾਂ ਉਹਦਾ ਇੱਕੋ ਹੀ ਢੰਗ ਹੈ। ਭਾਵ ਜੇ ਸਚਿਆਰ ਬਣਨਾ ਹੈ ਤਾਂ ਸੱਚ ਨੂੰ ਆਪਣੇ ਅੰਦਰ ਵਸਾਉਣਾ ਹੈ, ਤਾਂ ਉਹਦਾ ਇੱਕੋ ਹੀ ਢੰਗ ਹੈ ਕਿ ਅਸੀਂ ਉਹਦੇ ਨਾਲ ਆਪਣਾ ਪ੍ਰੇਮ ਪਾ ਲਈਏ। ਤਾਂ ਪ੍ਰੇਮ ਕਿਵੇਂ ਪਾਈਏ? ਤਾਂ ਪ੍ਰੇਮ ਦਾ ਰਸਤਾ ਉਹਨਾਂ ਨੇ ਸਾਨੂੰ ਦੱਸਿਆ ਹੈ ਕਿ ਉਹਨੂੰ ਯਾਦ ਕਰੀਏ, ਉਹਦੀਆਂ ਯਾਦਾਂ ਨੂੰ, ਵਡਿਆਈਆਂ ਨੂੰ ਵਿਚਾਰੀਏ, ਜਾਂ ਇਉਂ ਕਹਿ ਲਈਏ ਕਿ ਉਸਦੇ ਨਾਮ ਜਪੀਏ ਤੇ ਨਾਮ ਦੇ ਨਾਲ ਪ੍ਰੀਤ ਪਾਈਏ। ਇਹੀ ਰਸਤਾ ਹੈ। ਜੇ ਅਸੀਂ ਅਕਾਲ ਪੁਰਖ ਦੇ ਨਾਲ ਪ੍ਰੇਮ ਪਾਉਣਾ ਹੈ ਤੇ ਉਹਨੂੰ ਆਪਣੇ ਅੰਦਰ ਵਸਾਉਣਾ ਹੈ, ਤੇ ਇਹਦੇ ਲਈ ਸਤਿਗੁਰਾਂ ਨੇ ਸਾਨੂੰ ਸਮਝਾ ਦਿੱਤਾ ਕਿ ਇਹਦੇ ਲਈ ਸਭ ਤੋਂ ਢੁਕਵਾਂ ਸਮਾਂ ਜਿਹੜਾ ਗੋਲਡਨ ਆਵਰ ਹੈ ਸਾਡੇ ਲਈ, ਉਹ ਅੰਮ੍ਰਿਤ ਵੇਲੇ ਦਾ ਸਮਾਂ ਹੈ, ਰਾਤ ਦੇ ਆਖਰੀ ਪਹਿਰ ਦਾ ਸਮਾਂ। ਇਹ ਸਭ ਤੋਂ ਕੀਮਤੀ ਸਮਾਂ ਹੈ। ਇਹਨੂੰ ਸੰਭਾਲੋ, ਉਸ ਅਕਾਲ ਪੁਰਖ ਦੀ ਉਸਤਤ ਕਰੋ, ਉਹਦੇ ਨਾਲ ਪ੍ਰੇਮ ਪਾਓ, ਉਹਦੀਆਂ ਵਡਿਆਈਆਂ ਨੂੰ ਵਿਚਾਰੋ, ਕਿਉਂਕਿ ਉਹਦੇ ਨਾਲ ਪ੍ਰੇਮ ਕਰਕੇ ਉਹਦੀ ਮਿਹਰ ਪ੍ਰਾਪਤ ਕਰਨੀ ਕੇਵਲ ਇੱਕ ਇਹੀ ਉਹ ਰਾਹ ਹੈ। ਕਿਉਂਕਿ ਸਾਨੂੰ ਜੋ ਕੁਝ ਵੀ ਪ੍ਰਾਪਤ ਹੋਣਾ ਹੈ ਉਹਦੀ ਮਿਹਰ ਨਾਲ ਹੀ ਹੋਣਾ ਹੈ। ਕਰਮੀ ਆਵੈ ਕਪੜਾ ਨਦਰੀ ਮੋਖ ਦੁਆ। ਤੋ ਇਹ ਜਾਣਨ ਲਈ ਕਿ ਸਿਰਫ ਰੱਬ ਹੀ ਹੈ, ਉਹ ਅਕਾਲ ਪੁਰਖ ਹੀ ਹੈ, ਸਭ ਆਪੇ ਸਚਿਆਰ, ਇਹ ਸਮਝ ਲੱਗ ਗਈ। ਇਹ ਸਮਝ ਲੱਗ ਗਈ ਤੇ ਅਸੀਂ ਫੇਰ ਉਸ ਤੋਂ ਅੱਗੇ ਕੂੜ ਦੀ ਪਾਲ ਨੂੰ ਤੋੜਨ ਦੇ ਵਿੱਚ ਵੀ ਕਾਮਯਾਬ ਹੋਵਾਂਗੇ, ਤੇ ਉਹਨੂੰ ਅਕਾਲ ਪੁਰਖ ਨੂੰ ਹਿਰਦੇ ਵਿੱਚ ਵਸਾ ਕੇ ਸਚਿਆਰ ਬਣਨ ਦੇ ਉਹ ਸਟੇਜ ਉੱਤੇ ਪਹੁੰਚਣ ਲਈ ਵੀ ਅਸੀਂ ਕਾਮਯਾਬ ਹੋ ਸਕਦੇ ਹਾਂ। ਪਰ ਰਸਤਾ ਇੱਕੋ ਹੀ ਹੈ ਕਿ ਉਹਦੇ ਨਾਲ ਪ੍ਰੇਮ ਪਾਉਣਾ ਹੈ, ਤੇ ਪ੍ਰੇਮ ਪਾਉਣ ਦਾ ਢੰਗ ਇੱਕੋ ਹੀ ਹੈ ਕਿ ਉਸ ਦੇ ਨਾਮ ਦੇ ਨਾਲ ਜੁੜਨਾ ਹੈ। ਤੋ ਬਸ ਇੱਕ ਇਹੀ ਢੰਗ ਹੈ ਪ੍ਰਭੂ ਵਾਲੇ ਬਣਨ ਦਾ। ਤੋ ਸਾਨੂੰ ਇੱਕੋ ਹੀ ਗੱਲ ਬਣਦੀ ਹੈ ਕਿ ਅਸੀਂ ਉਸ ਅਕਾਲ ਪੁਰਖ ਦੇ ਅੱਗੇ ਇਹ ਪ੍ਰਾਰਥਨਾ ਕਰੀਏ, ਇਸ ਸਤਿਗੁਰੂ ਦੇ ਅੱਗੇ ਪ੍ਰਾਰਥਨਾ ਕਰੀਏ ਕਿ ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਭਾਵ ਕਿ ਜੇ ਅਸੀਂ ਸੱਚੇ ਗੁਰੂ ਦੀ ਸ਼ਰਨ ਦੇ ਵਿੱਚ ਪੈ ਕੇ ਉਸ ਗੁਰੂ ਤੋਂ ਇਹ ਮਤ ਮੰਗੀਏ, ਆਪਣੀ ਸਮਝ ਦੇ ਵਿੱਚ ਇਹ ਗੱਲ ਬਿਠਾਈਏ ਉਹਦੀ ਕਿਰਪਾ ਦੇ ਨਾਲ ਕਿ ਉਹ ਜੋ ਸਭਨਾਂ ਦਾ ਦਾਤਾ ਹੈ, ਜੋ ਸਭ ਤੇ ਮਿਹਰ ਕਰਨ ਵਾਲਾ ਹੈ, ਉਹ ਮੈਨੂੰ ਕਦੇ ਵਿਸਰੇ ਨਾ। ਔਰ ਇਹਦੇ ਰਸਤੇ ਵਿੱਚ ਇਹ ਕੰਮ ਕਰਨ ਲੱਗਿਆ, ਜਦੋਂ ਉਹਦੀ ਯਾਦ ਨੂੰ ਅਸੀਂ ਹਿਰਦੇ ਵਿੱਚ ਵਸਾਉਣਾ ਹੈ, ਤੇ ਸਾਨੂੰ ਕੋਈ ਡਿਸਟਰੈਕਸ਼ਨਸ ਨਹੀਂ ਹੋਣੀਆਂ ਚਾਹੀਦੀਆਂ। ਕਿ ਇਹ ਨਹੀਂ ਹੋਣਾ ਚਾਹੀਦਾ ਕਿ ਅਸੀਂ ਹੋਰ ਦੇਵੀ ਦੇਵਤਿਆਂ ਨੂੰ ਆਪਣੇ ਅੱਗੇ ਰੱਖ ਲਈਏ, ਉਹਨਾਂ ਦੇ ਮੂਰਤੀਆਂ ਨੂੰ, ਦੇਵੀ ਦੇਵਤਿਆਂ ਨੂੰ ਸੌਰੀ, ਤਾਂ ਉਹਨਾਂ ਦੇ ਚੱਕਰ ਵਿੱਚ ਅਸੀਂ ਨਹੀਂ ਪੈਣਾ। ਸਾਡੇ ਲਈ ਤਾਂ ਇੱਕੋ ਹੀ ਟਾਰਗੇਟ ਹੈ ਕਿ ਜੇ ਅਸੀਂ ਉਹਦੇ ਪ੍ਰੇਮ ਦੇ ਰਸਤੇ ਤੇ ਚੱਲਣਾ ਹੈ, ਤਾਂ ਸਾਡੇ ਵਾਸਤੇ ਸਭ ਤੋਂ ਵੱਡਾ ਦੇਵਤਾ, ਸਭ ਤੋਂ ਵੱਡੀ ਬਾਣੀ ਗੁਰਬਾਣੀ ਹੈ, ਸਭ ਤੋਂ ਵੱਡਾ ਦੇਵਤਾ ਗੁਰੂ ਹੈ। ਸਾਰੇ ਦੇਵਤਿਆਂ ਨੂੰ ਇਕੱਠਾ ਕਰਕੇ ਵੀ ਕਰ ਲਈਏ ਤੇ ਸਾਡੇ ਵਾਸਤੇ ਉਹ ਇੱਕ ਗੁਰੂ ਹੈ, ਉਹ ਸਭ ਦੇ ਬਰਾਬਰ ਹੈ ਸਾਡੇ ਵਾਸਤੇ, ਕਿਉਂਕਿ ਉਹੀ ਸਾਨੂੰ ਉਸ ਪਰਮਾਤਮਾ ਦੇ ਨਾਲ ਮਿਲਾ ਸਕਦਾ ਹੈ। ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ। ਹੁਣ ਇਸ ਤੋਂ ਅੱਗੇ ਜਦੋਂ ਸਤਿਗੁਰੂ ਚੱਲਦੇ ਹਨ, ਸਮਝਾਉਂਦੇ ਹਨ ਕਿ ਸਿਰਫ ਦੇਵੀ ਦੇਵਤਿਆਂ ਦੇ ਜਾਂ ਹੋਰ ਇਸ ਕਿਸਮ ਦੇ ਭੁਲੇਖਿਆਂ ਵਿੱਚ ਨਹੀਂ ਪੈਣਾ ਕਿ ਬਈ ਕਿਤੇ ਸਾਨੂੰ ਉਹ ਅਕਾਲ ਪੁਰਖ ਦੇ ਦਰਸ਼ਨ ਕਰਾ ਸਕਦੇ ਹਨ, ਉਹਨੂੰ ਸਾਡੇ ਹਿਰਦੇ ਵਿੱਚ ਵਸਾ ਸਕਦੇ ਹਨ। ਤਾਂ ਇੱਕ ਹੋਰ ਚੀਜ਼ ਤੋਂ ਵੀ ਬਚਣ ਦੀ ਲੋੜ ਹੈ ਕਿ ਅਸੀਂ ਤੀਰਥ ਇਸ਼ਨਾਨ ਜਾਂ ਇਸ ਕਿਸਮ ਦੇ ਹੋਰ ਕਰਮਕਾਂਡੀ ਕੰਮਾਂ ਦੇ ਵਿੱਚ ਨਹੀਂ ਪੈਣਾ। ਇਹਨਾਂ ਨਾਲ ਉਹਦੀ ਮਿਹਰ ਨਹੀਂ ਮਿਲਦੀ, ਉਹਨੂੰ ਅਸੀਂ ਚੰਗੇ ਲੱਗ ਹੀ ਨਹੀਂ ਸਕਦੇ। ਤੇ ਕਸਵੱਟੀ ਸਾਨੂੰ ਸਤਿਗੁਰਾਂ ਨੇ ਦੇ ਦਿੱਤੀ ਕਿ ਵੀ ਜਦ ਤੱਕ ਅਸੀਂ ਉਹਨੂੰ ਚੰਗੇ ਹੀ ਨਹੀਂ ਲੱਗਦੇ, ਕਿਸੇ ਵੀ ਕਰਮ ਨੂੰ ਕਰਨ ਦਾ ਕੋਈ ਫਾਇਦਾ ਨਹੀਂ, ਕਿਉਂਕਿ ਅਸਾਂ ਤਾਂ ਉਹਦੀ ਮਿਹਰ ਪ੍ਰਾਪਤ ਕਰਨੀ ਹੈ। ਤੇ ਮਿਹਰ ਜਿਹੜੀ ਹੈ ਉਹ ਇਸ ਤਰ੍ਹਾਂ ਨਹੀਂ ਮਿਲਦੀ। ਮਿਹਰ ਉਦਾਂ ਮਿਲਦੀ ਹੈ ਕਿ ਜਦੋਂ ਅਸੀਂ ਗੁਰੂ ਦੀ ਸਿੱਖਿਆ ਨੂੰ ਧਾਰਨ ਕਰਕੇ ਆਪਣੇ ਜੀਵਨ ਨੂੰ ਚੰਗਾ ਬਣਾ ਲਵਾਂਗੇ। ਸੋ ਸਾਡਾ ਫਰਜ਼ ਇਹ ਬਣਦਾ ਹੈ ਕਿ ਅਸੀਂ
ਗੁਰੂ ਦੇ ਅੱਗੇ ਜਾਚਨਾ ਹਰ ਵੇਲੇ ਕਰੀਏ ਕਿ ਹੇ ਸਤਿਗੁਰੂ, ਮੇਰੀ ਸਮਝ ਦੇ ਵਿੱਚ, ਮੇਰੀ ਮੱਤ ਦੇ ਵਿੱਚ ਇਹ ਗੱਲ ਪੱਕੇ ਤੌਰ ਤੇ ਬਿਠਾ ਦੇ ਕਿ ਮੈਨੂੰ ਉਹ ਸਭਨਾ ਦਾ ਜਿਹੜਾ ਦਾਤਾ ਹੈ ਉਹ ਮੈਨੂੰ ਕਦੇ ਵਿਸਰੇ ਨਾ। ਤਾਂ ਅੱਗੇ ਸਤਿਗੁਰੂ 7ਵੀਂ ਪੌੜੀ ਦੇ ਵਿੱਚ ਜੋ ਸਾਨੂੰ ਸਮਝਾਉਂਦੇ ਹਨ, ਸੌਰੀ, ਕਿ ਅਸੀਂ ਕਰਮ ਕਾਂਡ ਤੋਂ ਵੀ ਬਚਣਾ ਹੈ ਤੇ ਦੇਵੀ ਦੇਵਤਿਆਂ ਆਦਿ ਦੇ ਭੁਲੇਖਿਆਂ ਵਿੱਚ ਵੀ ਨਹੀਂ ਫਸਣਾ। ਤੇ ਹੁਣ ਸਤਿਗੁਰੂ ਕਹਿੰਦੇ ਹਨ ਕਿ ਇਹ ਨਾ ਹੋਵੇ ਕਿ ਅਸੀਂ ਰਿੱਧੀਆਂ ਸਿੱਧੀਆਂ ਦੇਖ ਕੇ ਉਹਨਾਂ ਦੇ ਆਪਣੇ ਰਸਤੇ ਚੋਂ ਉਖੜ ਕੇ ਰਿੱਧੀਆਂ ਸਿੱਧੀਆਂ ਦੇ ਰਸਤੇ ਵਿੱਚ ਪੈ ਜਾਈਏ ਕਿ ਸ਼ਾਇਦ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਨ ਵਾਲੇ ਤਾਂ ਬੜਾ ਕੁਝ ਪ੍ਰਾਪਤ ਕਰ ਲੈਂਦੇ ਹਨ, ਉਹਨਾਂ ਕੋਲ ਬੜੀਆਂ ਤਾਕਤਾਂ ਆ ਜਾਂਦੀਆਂ ਹਨ। ਸਤਿਗੁਰੂ ਕਹਿੰਦੇ ਹਨ ਕਿ ਨਹੀਂ, ਇਹਦੇ ਨਾਲ ਕੁਝ ਵੀ ਪ੍ਰਾਪਤ ਨਹੀਂ ਕੀਤਾ ਜਾ ਸਕਦਾ, ਕਿਉਂਕਿ ਸਾਡੇ ਤਾਂ ਕਸਵੱਟੀ ਇੱਕੋ ਹੀ ਹੈ ਕਿ ਜੇ ਅਸੀਂ ਉਹਦੀ ਮਿਹਰ ਦੇ ਖੇਤਰ ਦੇ ਵਿੱਚ ਨਹੀਂ ਆਉਂਦੇ, ਜੇ ਉਹਦੀ ਮਿਹਰ ਦੀ ਨਜ਼ਰ ਸਾਡੇ ਤੇ ਨਹੀਂ ਪੈਂਦੀ, ਤਾਂ ਇਹਨਾਂ 'ਚ ਕੋਈ ਵੀ ਚੀਜ਼ ਸਾਡੇ ਕੰਮ ਨਹੀਂ, ਭਾਵੇਂ ਦੁਨੀਆ ਸਾਡੀ ਕਿੰਨੀ ਵਾਹ ਵਾਹ ਕਰਦੀ ਹੋਵੇ। ਕਸਵੱਟੀ ਹੈ ਕਿ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੇ ਕੀ। ਤਾਂ ਗੱਲ ਹੋ ਗਈ ਕਿ ਗੁਰੂ ਸਾਹਿਬ ਨੇ ਹੁਣ ਤੱਕ ਸਾਨੂੰ ਬਾਰ-ਬਾਰ ਸਮਝਾਇਆ ਹੈ ਕਿ ਸਾਡਾ ਟੀਚਾ ਇੱਕੋ ਹੀ ਹੈ, ਉਸ ਅਕਾਲ ਪੁਰਖ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਉਣਾ, ਕੂੜ ਦੀ ਕੰਧ ਨੂੰ, ਕੂੜ ਦੇ ਪਰਦੇ ਨੂੰ ਤੋੜਨਾ, ਤੇ ਇਹਦਾ ਰਸਤਾ ਕੇਵਲ ਉਸ ਅਕਾਲ ਪੁਰਖ ਦੇ ਨਾਲ ਆਪਣਾ ਪ੍ਰੇਮ ਪਾਉਣਾ ਹੈ, ਤੇ ਪ੍ਰੇਮ ਪਾਉਣ ਦਾ ਰਸਤਾ ਅਕਾਲ ਪੁਰਖ ਦੇ ਨਾਮ ਦੇ ਨਾਲ ਜੁੜਨਾ ਹੈ। ਤਾਂ ਇਹ ਮੋਟੇ ਤੌਰ ਦੇ ਉੱਤੇ ਸਤਿਗੁਰਾਂ ਨੇ ਸਾਨੂੰ ਸਮਝਾਇਆ ਹੈ, ਕਿਉਂਕਿ ਗੱਲ ਬੜੀ ਸਪਸ਼ਟ ਹੈ, ਅਕਾਲ ਪੁਰਖ ਨੂੰ ਕੇਵਲ ਉਹੀ ਬੰਦੇ ਚੰਗੇ ਲੱਗ ਸਕਦੇ ਹਨ ਜਿਨ੍ਹਾਂ ਦਾ ਅਮਲੀ ਜੀਵਨ ਇੱਕ ਚੰਗੇ ਇਨਸਾਨ ਵਾਲਾ ਹੋਵੇ। ਇਸੇ ਕਰਕੇ ਹੀ ਸਤਿਗੁਰਾਂ ਨੇ ਸਾਨੂੰ ਬਾਰ-ਬਾਰ ਗੁਣਾਂ ਦੀ ਗੱਲ ਨਾਲ ਕਰਦੇ ਆਏ ਹਨ ਕਿ ਉਸ ਗੁਣਾਂ ਦੇ ਦਾਤੇ ਦੇ ਨਾਲ ਲੱਗਣਾ ਹੈ, ਕਿਉਂਕਿ ਅਮਲੀ ਜੀਵਨ ਸਾਡਾ ਉਦੋਂ ਹੀ ਚੰਗਾ ਬਣਨਾ ਹੈ ਜਦੋਂ ਇਹਦੇ ਵਿੱਚ ਸਾਡੇ ਜੀਵਨ ਦੇ ਵਿੱਚ ਅਸੀਂ ਗੁਣ ਧਾਰਨ ਕਰਾਂਗੇ। ਤੇ ਗੁਣਾਂ ਦਾ ਦਾਤਾ ਸਤਿਗੁਰੂ ਕਹਿੰਦੇ ਹਨ ਕਿ ਇੱਕੋ ਹੀ ਹੈ, ਹੋਰ ਕਿਤੋਂ ਸਾਨੂੰ ਗੁਣਾਂ ਦੀ ਦਾਤ ਨਾ ਮਿਲਣੀ ਹੈ ਤੇ ਨਾ ਹੀ ਸਾਨੂੰ ਕਿਤੇ ਹੋਰ ਇਸ ਗੱਲ ਦੀ ਜਾਚਨਾ ਕਰਨੀ ਚਾਹੀਦੀ ਹੈ। ਤੋ ਸਤਿਗੁਰੂ ਕਹਿੰਦੇ ਹਨ ਕਿ ਉਹਦੀ ਮਿਹਰ ਦੇ ਪਾਤਰ ਬਣਨ ਲਈ ਸਾਡਾ ਇੱਕੋ ਹੀ ਫਰਜ਼ ਹੈ ਕਿ ਆਪਣੇ ਅਮਲੀ ਜੀਵਨ ਨੂੰ ਚੰਗਾ ਬਣਾਈਏ, ਗੁਣਾਂ ਨੂੰ ਧਾਰਨ ਕਰੀਏ ਤੇ ਅਕਾਲ ਪੁਰਖ ਦੇ ਨਾਮ ਦੇ ਨਾਲ ਜੁੜੀਏ। ਤੋ ਇਹ ਹੁਣ ਤੱਕ ਸਾਨੂੰ ਸਤਿਗੁਰੂ ਇੱਥੇ ਚਲਾ ਕੇ ਲਿਆਏ ਹਨ। ਤੇ ਹੁਣ ਅੱਗੇ ਜਿਹੜੀਆਂ ਇਸ ਤੋਂ ਬਾਅਦ 8 ਪੌੜੀਆਂ ਆਣੀਆਂ ਹਨ, ਸੁਣਿਆ ਤੇ ਮੰਨਿਆ ਦੀਆਂ, ਉਹਨਾਂ ਦੇ ਵਿੱਚੋਂ ਸਾਨੂੰ ਹੋਰ ਵਿਸਥਾਰ ਦੇ ਨਾਲ ਨਾਮ ਸਿਮਰਨ ਦੇ ਵਿੱਚ ਜੁੜਨ ਦੀਆਂ ਬਰਕਤਾਂ ਸਮਝਾਉਂਦੇ ਹਨ। ਤੇ ਸਤਿਗੁਰੂ ਕਹਿੰਦੇ ਹਨ ਕਿ ਜਦੋਂ ਅਸੀਂ ਨਾਮ ਦੇ ਨਾਲ ਜੁੜਦੇ ਹਾਂ ਤਾਂ ਸਾਡੀ ਉਹ ਅਵਸਥਾ ਬਣਦੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਸਦਾ ਵਿਗਾਸ ਦੀ ਅਵਸਥਾ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਤਾਂ ਪਹਿਲੀਆਂ 4 ਪੌੜੀਆਂ ਜੋ ਹਨ ਉਹ ਸੁਣਿਆ ਦੀਆਂ ਪੌੜੀਆਂ ਅਸੀਂ ਅਕਸਰ ਕਹਿ ਦਿੰਦੇ ਹਾਂ, ਕਿਉਂਕਿ ਇਹਨਾਂ ਦੇ ਵਿੱਚ ਸੁਣਿਆ ਨੂੰ ਹੀ ਵਿਸਥਾਰ ਦੇ ਵਿੱਚ ਦੱਸਿਆ ਗਿਆ ਹੈ। ਪਰ ਇਹਦੀ ਵਿਆਖਿਆ ਆਰੰਭ ਕਰਨ ਤੋਂ ਪਹਿਲਾਂ ਸਾਨੂੰ ਸੁਣਿਆ ਦੇ ਅਰਥ ਕੀ ਹਨ ਉਹ ਸਾਨੂੰ ਥੋੜਾ ਜਿਹਾ ਵਿਸਥਾਰ ਦੇ ਵਿੱਚ ਸਮਝਣ ਦੀ ਲੋੜ ਹੈ, ਕਿਉਂਕਿ ਸੁਣਨਾ ਇੱਥੇ ਕੇਵਲ ਕੰਨਾਂ ਦੇ ਨਾਲ ਸੁਣ ਲੈਣਾ ਜਾਂ ਮੈਂਟਲ ਲੈਵਲ ਤੇ, ਕਿਉਂਕਿ ਕੰਨਾਂ ਦਾ ਜੋ ਅਸੀਂ ਸੁਣਦੇ ਹਾਂ ਉਹ ਦਿਮਾਗ ਵਿੱਚ ਜਾਂਦਾ ਹੈ, ਉਹਨੂੰ ਇੰਟਰਪ੍ਰੈਟ ਕੀਤਾ ਜਾਂਦਾ ਹੈ ਤੇ ਉਹਦੇ ਉੱਤੇ ਫਿਰ ਅਸੀਂ ਐਕਸ਼ਨ ਲੈਂਦੇ ਹਾਂ। ਤਾਂ ਸੁਣਿਆ ਜਿਹੜਾ ਹੈ, ਇੱਥੇ ਜਿਸ ਸੁਣਿਆ ਦੀ ਸੁਣਨ ਦੀ ਗੱਲ ਕੀਤੀ ਜਾ ਰਹੀ ਹੈ ਉਹ ਸਰੀਰਕ ਜਾਂ ਦਿਮਾਗੀ ਪੱਧਰ ਦਾ ਸੁਣਨਾ ਨਹੀਂ ਹੈ। ਇਹ ਸੁਣਨ ਦਾ ਅਰਥ ਹੈ ਕਿ ਆਤਮਿਕ ਡੂੰਘਾਈਆਂ ਤੱਕ ਅਸੀਂ ਸੁਣੀਏ। ਇਹ ਉਹ ਸੁਣਨਾ ਹੈ ਜਿਹੜਾ ਮਨੁੱਖ ਦੇ ਅੰਦਰ ਤੱਕ ਅਸਰ ਕਰੇ, ਬਿਲਕੁਲ ਧੁਰ ਅੰਦਰ ਤੱਕ। ਜਦੋਂ ਅਸੀਂ ਕਿਸੇ ਗੱਲ ਨੂੰ ਸੁਣ ਕੇ ਅਪਣਾ ਲੈਂਦੇ ਹਾਂ ਤਾਂ ਉਹ ਗੱਲ ਕੁਝ ਹੋਰ ਹੁੰਦੀ ਹੈ। ਕੰਨਾਂ ਨਾਲ ਸੁਣਨ ਵਾਲੀ ਜਾਂ ਦਿਮਾਗ ਨਾਲ ਸੁਣਨ ਦੀ ਪੱਧਰ ਤੇ ਗੱਲ ਨਹੀਂ ਹੁੰਦੀ। ਇਹ ਉਹ ਸੁਣਨਾ ਹੈ ਜਿਹਦੇ ਵਿੱਚ ਸਾਡੀ ਮੱਤ ਤੱਕ ਗੱਲ ਪਹੁੰਚੇ, ਸਾਡੀ ਸੋਝੀ ਤੱਕ ਗੱਲ ਪਹੁੰਚੇ, ਸਾਡੀ ਸੋਝੀ ਦੇ ਵਿੱਚ ਸ਼ਾਮਲ ਹੋ ਜਾਏ, ਤਾਂ ਹੀ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਸੁਣਿਆ ਹੈ। ਇਹਨਾਂ ਅਰਥਾਂ ਦੇ ਵਿੱਚ ਅਸੀਂ ਆਮ ਵਰਤੋਂ ਦੇ ਵਿੱਚ ਵੀ ਵਰਤਦੇ ਹਾਂ ਕਿ ਜਦੋਂ ਕੋਈ ਗੱਲ ਨਾ ਮੰਨੇ ਤੇ ਅਸੀਂ ਕਹਿੰਦੇ ਹਾਂ ਤੈਨੂੰ ਸੁਣਿਆ ਕਿ ਨਹੀਂ ਸੁਣਿਆ, ਤਾਂ ਉੱਥੇ ਵੀ ਅਸੀਂ ਇਹਨਾਂ ਅਰਥਾਂ ਵਿੱਚ ਹੀ ਇਸ ਗੱਲ ਨੂੰ ਉਹ ਵਰਤ ਰਹੇ ਹੁੰਦੇ ਹਾਂ। ਤਾਂ ਸੁਣਨਾ ਉਹ ਸੁਣਨਾ ਹੈ ਜੋ ਸਾਰੀ ਸ਼ਖਸੀਅਤ ਦੇ ਉੱਤੇ ਪ੍ਰਭਾਵ ਪਾ ਜਾਵੇ, ਜੋ ਸਾਡੀ ਮੱਤ ਉੱਤੇ ਅਸਰ ਕਰ ਜਾਵੇ ਔਰ ਸਾਡੇ ਐਕਸ਼ਨਸ ਦੇ ਵਿੱਚੋਂ ਦਿਸਣਾ ਸ਼ੁਰੂ ਹੋ ਜਾਵੇ
ਤਾਂ ਹੀ ਅਸੀਂ ਕਹਿੰਦੇ ਹਾਂ ਕਿ ਇਹ ਸੁਣਿਆ ਗਿਆ ਹੈ। ਕੇਵਲ ਕੰਨਾਂ ਨਾਲ ਸੁਣਨ ਦੀ ਇੱਥੇ ਗੱਲ ਨਹੀਂ ਹੋ ਰਹੀ, ਜਾਂ ਸਿਰਫ ਦਿਮਾਗ ਨਾਲ ਸੁਣਨ ਦੀ ਗੱਲ ਨਹੀਂ ਹੋ ਰਹੀ। ਇਹਦੇ ਬਾਰੇ ਸਤਿਗੁਰਾਂ ਨੇ ਸਾਨੂੰ ਪਹਿਲਾਂ ਹੀ ਪਿਛਲੀਆਂ ਪੌੜੀਆਂ ਦੇ ਵਿੱਚ ਹੀ ਇੱਕ ਦੋ ਥਾਵਾਂ ਤੇ ਇਹ ਗੱਲ ਜਿਹੜੀ ਹੈ ਉਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸੁਣਨ ਦਾ ਅਸਲ ਵਿੱਚ ਅਰਥ ਕੀ ਹੈ ਤੇ ਉਹਦਾ ਨਤੀਜਾ ਕੀ ਹੁੰਦਾ ਹੈ। ਸਤਿਗੁਰਾਂ ਨੇ ਕਿਹਾ ਕਿ ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣ। ਹੁਣ ਇੱਥੇ ਵੀ ਸਤਿਗੁਰਾਂ ਨੇ ਵਰਤਿਆ ਸ਼ਬਦ ਹੀ ਵਰਤਿਆ ਸੁਣੇ। ਤਾਂ ਹੁਣ ਇਸ ਤੋਂ ਸਾਨੂੰ ਸਪਸ਼ਟ ਹੋ ਜਾਣਾ ਚਾਹੀਦਾ ਹੈ ਕਿ ਸੁਣੇ ਦਾ ਅਰਥ ਕੀ ਹੈ। ਇਹ ਉਹ ਅਵਸਥਾ ਹੈ ਕਿ ਜਦੋਂ ਅਸੀਂ ਕਿਸੇ ਸਿੱਖਿਆ ਨੂੰ ਸੁਣ ਕੇ ਆਪਣੀ ਮਤ ਦੇ ਵਿੱਚ ਲਿਜਾ ਕੇ ਜੀਵਨ ਦੇ ਵਿੱਚ ਪ੍ਰੈਕਟੀਕਲੀ ਅਪਲਾਈ ਕਰਾਂਗੇ ਤੇ ਤਾਂ ਹੀ ਮਤ ਦੇ ਵਿੱਚ ਰਤਨ ਜਵੇਹਰ ਮਾਣਕ ਵਰਗੇ ਜਿਹੜੇ ਗੁਣ ਨੇ ਉਹ ਪ੍ਰਗਟ ਹੋ ਸਕਦੇ ਹਨ। ਇਕੱਲੇ ਕੰਨਾਂ ਨਾਲ ਸੁਣਨ ਨਾਲ ਨਹੀਂ ਹੁੰਦੇ। ਇਹਨੂੰ ਬਿਲਕੁਲ ਉਸ ਤੋਂ ਬਹੁਤ ਡੀਪਰ ਲੈਵਲ ਤੇ ਸਾਨੂੰ ਸੁਣਨ ਦੀ ਗੱਲ ਸਤਿਗੁਰੂ ਕਹਿ ਰਹੇ ਹਨ। ਤੇ ਇਹਦੇ ਬਾਰੇ ਇੱਕ ਹੋਰ ਗੱਲ ਵੀ ਸਤਿਗੁਰਾਂ ਨੇ ਸਮਝਾਈ ਹੈ। ਉੱਥੇ ਵੀ ਸਾਨੂੰ ਇੱਕ ਹਿੰਟ ਦਿੱਤਾ ਹੈ ਜਿਹਦੇ ਚੋਂ ਗੱਲ ਸਮਝ ਲੱਗਦੀ ਹੈ ਕਿ ਗਾਵੀਐ ਸੁਣੀਐ ਮਨ ਰੱਖਿਆ ਭਾਓ, ਦੁੱਖ ਪਰ ਹਰ ਸੁਖ ਘਰ ਲੈ ਜਾ। ਹੁਣ ਇੱਥੇ ਵੀ ਸਤਿਗੁਰਾਂ ਨੇ ਗਾਉਣ ਦੀ ਤੇ ਸੁਣਨ ਦੀ ਗੱਲ ਕੀਤੀ ਹੈ, ਮਨ ਦੇ ਵਿੱਚ ਭਾਵ ਪ੍ਰੇਮ ਰੱਖਣ ਦੀ ਗੱਲ ਕੀਤੀ ਹੈ। ਤਾਂ ਇਹ ਇੱਕ ਕੰਪਲੈਕਸ ਹੈ ਤਿੰਨਾਂ ਚੀਜ਼ਾਂ। ਤਾਂ ਇਹ ਤਿੰਨਾਂ ਨੂੰ ਇੱਕ ਅਸੀਂ ਸਿਰਫ ਫਰਕ ਕਰਨ ਦੇ ਵਾਸਤੇ ਤਾਂ ਵਰਤ ਲੈਂਦੇ ਹਾਂ, ਪਰ ਅਸਲੀਅਤ ਦੇ ਵਿੱਚ ਤਾਂ ਇਹ ਤਿੰਨੋਂ ਇੱਕੋ ਅਵਸਥਾ ਦੇ ਹੀ ਤਿੰਨ ਪੱਖ ਹਨ: ਗਾਉਣਾ, ਸੁਣਨਾ ਤੇ ਮਨ ਦੇ ਵਿੱਚ ਪ੍ਰੇਮ ਰੱਖਣਾ। ਇਹ ਜਦੋਂ ਤੱਕ ਤਿੰਨੇ ਚੀਜ਼ਾਂ ਇਕੱਠੀਆਂ ਨਹੀਂ ਹੋ ਜਾਂਦੀਆਂ, ਭਾਵ ਇਹ ਹੈ ਕਿ ਜਦੋਂ ਵਿੱਚ ਪ੍ਰੇਮ ਦੀ ਗੱਲ ਨਹੀਂ ਵਿੱਚ ਆ ਜਾਂਦੀ, ਉਦੋਂ ਤੱਕ ਉਹ ਅਵਸਥਾ ਨਹੀਂ ਬਣ ਸਕਦੀ ਕਿ ਦੁੱਖ ਪਰ ਹਰ ਸੁਖ ਘਰ ਲੈ ਜਾ। ਤੇ ਉਦੋਂ ਤੱਕ ਦੁੱਖਾਂ ਦਾ ਨਾਸ਼ ਕਰਨ ਵਾਸਤੇ ਜਾਂ ਸੁੱਖਾਂ ਨੂੰ ਹਿਰਦੇ ਦੇ ਵਿੱਚ ਰੱਖਣ ਵਾਸਤੇ, ਸਮਾਉਣ ਵਾਸਤੇ ਅਸੀਂ ਉਸ ਅਵਸਥਾ ਦੀ ਉੱਥੇ ਤੱਕ ਨਹੀਂ ਪਹੁੰਚ ਸਕਦੇ ਜਦੋਂ ਤੱਕ ਅਸੀਂ ਬਿਲਕੁਲ ਜਿਹਨੂੰ ਕਹਿੰਦੇ ਹਨ ਕਿ ਉਹ ਪੂਰੇ ਤਰੀਕੇ ਦੇ ਨਾਲ ਗੱਲ ਨੂੰ ਅਪਣਾ ਨਾ ਲਈਏ, ਜੀਵਨ ਦੇ ਵਿੱਚ ਨਾ ਧਾਰ ਲਈਏ। ਤਾਂ ਇੱਥੇ ਵੀ ਸਤਿਗੁਰਾਂ ਨੇ ਸਾਨੂੰ ਸੁਣਿਆਂ ਦੀ ਜੋ ਗੱਲ ਇੱਕ ਹਿੰਟ ਦੇ ਨਾਲ ਸਮਝਾਈ ਹੈ ਕਿ ਇਹ ਜਿਸ ਤਰ੍ਹਾਂ ਅਸੀਂ ਆਮ ਬੋਲਚਾਲ ਦੇ ਵਿੱਚ, ਧਾਰਮਿਕ ਬੋਲਚਾਲ ਦੇ ਵਿੱਚ ਅਸੀਂ ਵਰਤਦੇ ਹਾਂ ਕਿ ਨਾਮ ਜਪਣ ਦਾ ਅਰਥ ਕੀ ਹੈ, ਉਹ ਮਨ ਬਚ ਕਰਮ ਭਾਵ, ਮਨ ਨਾਲ, ਬਚਨ ਨਾਲ ਤੇ ਕਰਮ। ਤੋ ਨਾਮ ਜਪਿਆ ਵੀ ਉਦੋਂ ਹੀ ਅਸੀਂ ਮੰਨ ਸਕਦੇ ਹਾਂ ਜਦੋਂ ਸਾਡੇ ਇਹ ਤਿੰਨੇ ਪੱਖ ਪੂਰੇ ਹੋਣ। ਇਹ ਨਹੀਂ ਹੋ ਸਕਦਾ ਕਿ ਅਸੀਂ ਜ਼ੁਬਾਨ ਨਾਲ ਜਪੀ ਜਾਈਏ, ਮਨ ਨਾਲ ਜਪੀ ਜਾਈਏ, ਪਰ ਸਾਡੇ ਕਰਮਾਂ ਦੇ ਵਿੱਚੋਂ ਨਾਮ ਦਾ ਜਪਣ ਦਾ ਅਸਰ ਨਾ ਦਿਖੇ। ਜੇ ਨਹੀਂ ਦਿਖਿਆ ਤਾਂ ਫਿਰ ਗੱਲ ਹਾਲੇ ਪੂਰੀ ਨਹੀਂ ਹੋਈ, ਇਹ ਉੱਪਰਲੇ ਪੱਧਰ ਉੱਤੇ ਹੀ ਰਹਿ ਗਈ ਹੈ। ਤੋ ਇਉਂ ਜੇ ਅਸੀਂ ਇਸ ਤਰੀਕੇ ਦੇ ਨਾਲ ਇਹਨੂੰ ਸਮਝਣ ਦਾ ਯਤਨ ਕਰੀਏ ਤਾਂ ਫਿਰ ਸੁਰਤ ਜੋੜਨਾ, ਨਾਮ ਜਪਣਾ ਜਾਂ ਸੁਣਿਆਂ ਦੇ ਲਫ਼ਜ਼ ਉਹ ਹਨ ਜਿਹੜੀ ਗੱਲ ਦੀ ਸਾਨੂੰ ਸਤਿਗੁਰਾਂ ਨੇ ਹਦਾਇਤ ਕੀਤੀ ਹੈ ਕਿ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ। ਉਹ ਅਵਸਥਾ ਜਿਹੜੀ ਹੈ ਉਹ ਸੁਣਿਆਂ ਦੀ ਅਵਸਥਾ ਹੈ। ਉਹ ਸੁਣਿਆਂ ਦੀ ਅਵਸਥਾ ਹੈ ਜਿਹੜੀ ਜਦੋਂ ਅਸੀਂ ਉਸ ਅਵਸਥਾ ਦੇ ਵਿੱਚ ਨਾਮ ਨੂੰ ਸੁਣੀਏ ਤੇ ਸਾਨੂੰ ਸਦਾ ਵਿਗਾਸ ਦੀ ਅਵਸਥਾ ਵੱਲ ਲਿਜਾ ਸਕੇ, ਦੁੱਖਾਂ ਤੇ ਪਾਪਾਂ ਦੇ ਨਾਸ਼ ਕਰਨ ਦੀ ਅਵਸਥਾ ਵੱਲ ਲਿਜਾ ਸਕੇ। ਉਸ ਤੋਂ ਉਹਦੇ ਦੀ ਗੱਲ ਉਹ ਸੁਣਿਆ ਨਹੀਂ ਜਿਹਦੀ ਗੱਲ ਸਤਿਗੁਰੂ ਨਾਨਕ ਕਹਿ ਰਹੇ ਹੋ। ਤਾਂ ਅਸੀਂ ਉਹ ਕਹੀਏ ਕਿ ਨਾਮ ਦੇ ਵਿੱਚ ਸੁਰਤ ਜੋੜਨਾ ਜਾਂ ਨਾਮ ਦਾ ਸਿਮਰਨ ਕਰਨਾ, ਨਾਮ ਜਪਣਾ, ਇਹ ਸਾਰੀਆਂ ਗੱਲਾਂ ਹੀ ਸਮਾਨ ਅਰਥਕ ਸ਼ਬਦ ਹਨ ਇਹ ਲਫ਼ਜ਼ ਸੁਣਿਆ ਦੇ ਨਾਲ। ਤਾਂ ਆਓ ਹੁਣ ਪੌੜੀ ਸ਼ੁਰੂ ਕਰੀਏ। ਸਤਿਗੁਰੂ ਕਹਿੰਦੇ ਹਨ ਕਿ ਸੁਣਿਆ ਸਿੱਧ ਪੀਰ ਸੁਰਨਾਥ। ਸਿੱਧ ਉਹ ਹੁੰਦੇ ਹਨ ਜੋ ਕਰੜੀ ਘਾਲਣਾ ਕਰਕੇ ਜੋਗੀ ਸਿੱਧੀਆਂ ਪ੍ਰਾਪਤ ਕਰ ਚੁੱਕੇ ਹੁੰਦੇ ਹਨ। ਤੇ 18 ਸਿੱਧੀਆਂ ਮੰਨੀਆਂ ਗਈਆਂ ਹਨ, ਵਿਸਥਾਰ ਵਿੱਚ ਜਾਣ ਦੀ ਲੋੜ ਨਹੀਂ, ਜਿਹਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਕਰਾਮਾਤੀ ਸ਼ਕਤੀਆਂ ਹਨ। ਤੋ ਜਦੋਂ ਇੱਕ ਜੋਗੀ ਆਪਣੀਆਂ ਕਰਾਮਾਤੀ ਸ਼ਕਤੀਆਂ ਪ੍ਰਾਪਤ ਕਰ ਲੈਂਦਾ ਹੈ ਤਾਂ ਉਸ ਨੂੰ ਸਿੱਧ ਦਾ ਨਾਮ ਦਿੱਤਾ ਜਾਂਦਾ ਹੈ ਕਿ ਇਹਨੇ ਹੁਣ ਸਿੱਧੀ ਪ੍ਰਾਪਤ ਕਰ ਲਈ ਹੈ। ਪੀਰ ਦਾ ਅਰਥ ਹੈ ਕਿ ਇਸਲਾਮ ਦੇ ਵਿੱਚ ਜਦੋਂ ਕੋਈ ਵਿਅਕਤੀ ਉੱਚੀ ਆਤਮਿਕ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ ਔਰ ਉਹ ਅਗਵਾਈ ਕਰਨ ਦੇ, ਦੂਜਿਆਂ ਦੀ ਅਗਵਾਈ ਕਰਨ ਦੇ ਯੋਗ ਹੋ ਜਾਂਦਾ ਹੈ ਤਾਂ ਉਸ ਨੂੰ ਪੀਰ ਦਾ ਨਾਮ ਦਿੱਤਾ ਜਾਂਦਾ ਹੈ। ਤਾਂ ਆਮ ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਇਸਲਾਮ ਦੇ ਵਿੱਚ ਪੈਗੰਬਰ ਤਾਂ ਇੱਕੋ ਹੀ ਮੰਨੇ ਗਏ ਹਨ, ਪਰ ਅਗਵਾਈ ਦੇਣ ਵਾਲੇ ਬੜੇ ਹੋਰ ਮੰਨੇ ਜਾਂਦੇ ਹਨ। ਉਹਨਾਂ ਨੂੰ ਕਦੀ ਮੁਰਸ਼ਿਦ ਕਿਹਾ ਜਾਂਦਾ ਹੈ, ਕਦੀ ਪੀਰ ਕਿਹਾ ਜਾਂਦਾ ਹੈ। ਤਾਂ ਇੱਥੇ ਇਸਲਾਮੀ ਜਗਤ ਦੀ ਗੱਲ ਉਹਨਾਂ ਨੇ ਕਰ ਦਿੱਤੀ
ਤੇ ਸੁਰ ਦਾ ਆਮ ਤੌਰ ਤੇ ਅਰਥ ਕੀਤਾ ਜਾਂਦਾ ਹੈ ਦੇਵਤਿਆਂ ਦੇ ਰੂਪ ਵਿੱਚ। ਹਾਲਾਂਕਿ ਸੁਰ ਦਾ ਅਰਥ ਇਹ ਵੀ ਕੀਤਾ ਜਾਂਦਾ ਹੈ ਕਿ ਜੋ ਅਤ ਉੱਚੀ ਆਤਮਿਕ ਅਵਸਥਾ ਨੂੰ ਪਹੁੰਚਿਆ ਹੋਵੇ, ਜਿਹੜਾ ਗਿਆਨ ਦਾ ਪ੍ਰਕਾਸ਼ ਵੰਡ ਰਿਹਾ ਹੋਵੇ, ਉਹਨੂੰ ਵੀ ਸੁਰ ਕਿਹਾ ਜਾਂਦਾ ਹੈ। ਤੇ ਨਾਥ ਜੋਗੀਆਂ ਦਾ ਇੱਕ ਫਿਰਕਾ ਹੈ ਜਿਹਦੇ ਹੈਡ ਨੂੰ ਨਾਥ ਕਿਹਾ ਜਾਂਦਾ ਹੈ, ਤੇ ਉਹ ਤਕਰੀਬਨ ਸਾਰੇ ਚੇਲੇ ਚਾਟੜੇ ਵੀ ਆਪਣੇ ਨਾਮ ਦੇ ਨਾਲ ਨਾਥ ਲਾਉਂਦੇ ਹਨ। ਤਾਂ ਉਹ ਜਿਹੜੇ ਜੋਗੀ ਹਨ, ਜਿਨ੍ਹਾਂ ਨੂੰ ਕੰਨ ਫਟੇ ਜੋਗੀ ਵੀ ਕਿਹਾ ਜਾਂਦਾ ਹੈ, ਤਾਂ ਉਹਨਾਂ ਦੇ 12 ਨਾਥ ਜਾਂ ਹੋਰ ਇਸ ਤੋਂ ਵੱਧ ਵੀ ਨਾਥ ਮੰਨੇ ਗਏ ਹਨ, ਜਿਨ੍ਹਾਂ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ ਗੋਰਖਨਾਥ ਤੇ ਮਚੰਦਰਨਾਥ ਤੋਂ, ਜਿਨ੍ਹਾਂ ਦਾ ਜ਼ਿਕਰ ਗੁਰਬਾਣੀ ਵਿੱਚ ਵੀ ਬਾਰ-ਬਾਰ ਆਉਂਦਾ ਹੈ। ਤਾਂ ਸਤਿਗੁਰੂ ਕਹਿੰਦੇ ਹਨ ਕਿ ਜਦੋਂ ਅਸੀਂ ਨਾਮ ਦਾ ਸਿਮਰਨ ਕਰਦੇ ਹਾਂ, ਜਦੋਂ ਨਾਮ ਸਾਡੇ ਹਿਰਦੇ ਵਿੱਚ ਟਿਕ ਜਾਂਦਾ ਹੈ, ਭਾਵ ਅਸੀਂ ਸਹੀ ਅਰਥਾਂ ਵਿੱਚ ਨਾਮ ਨੂੰ, ਉਸ ਅਕਾਲ ਪੁਰਖ ਦੀ ਸਾਧਨਾ ਕਰਦੇ ਹਾਂ, ਪ੍ਰੇਮ ਕਰਦੇ ਹਾਂ, ਆਪਣੇ ਮਨ ਦੇ ਵਿੱਚ ਟਿਕਾ ਲੈਂਦੇ ਹਾਂ, ਤਾਂ ਫਿਰ ਜਿਹੜਾ ਸਧਾਰਨ ਮਨੁੱਖ ਵੀ ਹੈ ਉਹ ਸਿੱਧਾ ਪੀਰਾਂ, ਸੁਰ ਤੇ ਨਾਥਾਂ ਦੀ ਅਵਸਥਾ ਨੂੰ ਪ੍ਰਾਪਤ ਕਰ ਜਾਂਦਾ ਹੈ। ਹੁਣ ਆਪਾਂ ਜੇ ਇਸ ਪੰਕਤੀ ਨੂੰ ਵੀ ਥੋੜਾ ਜਿਹਾ ਧਿਆਨ ਦੇਈਏ ਤਾਂ ਇਹਦੇ ਵਿੱਚ ਅਸੀਂ ਦੇਖਾਂਗੇ ਕਿ ਸਤਿਗੁਰਾਂ ਨੇ ਇੱਕ ਬੜੀ ਕ੍ਰਿਪਟਿਕ ਜੀ ਲੈਂਗੁਏਜ ਵਰਤੀ ਹੈ, ਜਿਹਦੇ ਵਿੱਚ ਉਹਨਾਂ ਨੇ ਉਹਨੂੰ ਐਕਸਪਲੇਨ ਕਰਨ ਦਾ ਕੋਈ ਯਤਨ ਨਹੀਂ ਕੀਤਾ। ਬਿਲਕੁਲ ਥੋੜੇ ਜਿਹੇ, ਬਹੁਤ ਹੀ ਸੰਕੋਚਵੇਂ ਲਫ਼ਜ਼ਾਂ ਦੇ ਵਿੱਚ ਉਹਨਾਂ ਨੇ ਸਾਰੀ ਗੱਲ ਕਹੀ ਹੈ। ਤੇ ਜਦੋਂ ਇਸ ਤਰ੍ਹਾਂ ਦੀ ਸ਼ੈਲੀ ਦਾ ਪ੍ਰਯੋਗ ਕੋਈ ਕਰਦਾ ਹੈ ਤਾਂ ਇੰਟਰਪ੍ਰੀਟੇਸ਼ਨ ਦੇ ਵਿੱਚ ਹਰ ਬੰਦਾ ਆਪਣੀ ਮਤ ਦੇ ਨਾਲ ਵੀ ਇੰਟਰਪ੍ਰੀਟ ਕਰ ਸਕਦਾ ਹੈ। ਇਹਦੇ ਵਿੱਚ ਇੱਕ ਅਰਥ ਇਹ ਵੀ ਕੀਤਾ ਜਾਂਦਾ ਹੈ ਕਿ ਨਾਮ ਸਿਮਰਨ ਕਰਨ ਨਾਲ ਜਾਂ ਨਾਮ ਦੇ ਸੁਣਨ ਨਾਲ ਬੰਦਾ ਸਿੱਧਾ ਪੀਰਾਂ, ਸੁਰਨਾਥਾਂ, ਇਹਨਾਂ ਦੇ ਸੰਬੰਧੀ ਤੁਹਾਨੂੰ ਪੂਰਾ ਗਿਆਨ ਹੋ ਜਾਂਦਾ ਹੈ। ਇੱਕ ਵਿਦਵਾਨ ਨੇ ਤਾਂ ਇਉਂ ਵੀ ਲਿਖਿਆ ਹੈ ਕਿ ਸਾਨੂੰ ਇਹਨਾਂ ਸੰਬੰਧੀ ਪਤਾ ਲੱਗ ਜਾਂਦਾ ਹੈ ਕਿ ਉਹ ਕਿੰਨੇ ਪਾਣੀ ਵਿੱਚ ਹਨ, ਕਿਸ ਪਾਏ ਦੇ ਆਗੂ ਹਨ, ਤੇ ਉਹਨਾਂ ਦੀਆਂ ਗੱਲਾਂ ਕਿੰਨੀਆਂ ਕੁ ਮੰਨਣ ਯੋਗ ਹਨ। ਪਰ ਮੈਂ ਸਮਝਦਾ ਕਿ ਪ੍ਰੈਕਟੀਕਲੀ ਜਦੋਂ ਅਸੀਂ ਇਸ ਚੀਜ਼ ਨੂੰ ਅਪਲਾਈ ਕਰਨ ਦੀ ਕੋਸ਼ਿਸ਼ ਕਰੀਏ ਤਾਂ ਦੋਵਾਂ ਅਰਥਾਂ ਵਿੱਚ ਕੋਈ ਲੰਬਾ ਚੌੜਾ ਫਰਕ ਰਹਿ ਨਹੀਂ ਜਾਂਦਾ। ਜੇ ਮਨੁੱਖ ਦੀ ਅਵਸਥਾ ਸਿੱਧ ਪੀਰ ਸੁਰਨਾਥ ਵਰਗੀ ਬਣ ਗਈ ਤਾਂ ਬਾਕੀ ਗੱਲਾਂ ਤਾਂ ਉਹਨੂੰ ਨਾਲ ਸਮਝ ਹੀ ਲੱਗ ਹੀ ਜਾਂਦੀਆਂ। ਤਾਂ ਮੈਨੂੰ ਇਹ ਲੱਗਦਾ ਹੈ ਕਿ ਸਤਿਗੁਰੂ ਸ਼ਾਇਦ ਸਾਨੂੰ ਇਹ ਸਮਝਾਉਣਾ ਚਾਹੁੰਦੇ ਹਨ ਕਿ ਤੂੰ ਸਿੱਧਾਂ ਨੂੰ, ਪੀਰਾਂ, ਸੁਰ ਨਾਥਾਂ ਨੂੰ ਬੜਾ ਉੱਚਾ ਸਮਝਦਾ ਹੈ, ਤੂੰ ਵੀ ਸਿਮਰਨ ਕਰ, ਨਾਮ ਦਾ ਸਿਮਰਨ ਕਰ, ਤੇਰੀ ਅਵਸਥਾ ਵੀ ਇਹਨਾਂ ਸਾਰਿਆਂ ਵਰਗੀ ਹੋ ਜਾਏਗੀ, ਭਾਵ ਤੇਰੀ ਅਵਸਥਾ ਵੀ ਬਹੁਤ ਉੱਚੀ ਹੋ ਜਾਵੇਗੀ। ਇਹ ਸਤਿਗੁਰੂ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅੱਗੇ ਸੁਣਿਆ ਧਰਤ ਧਵਲ ਆਕਾਸ਼। ਧਰਤ ਦਾ ਜੋ ਜਿਸ ਧਰਤੀ ਤੇ ਅਸੀਂ ਰਹਿ ਰਹੇ ਹਾਂ ਉਹ ਉਸ ਦਾ ਜ਼ਿਕਰ ਹੈ। ਧਵਲ ਕਹਿੰਦੇ ਹਨ ਜਿਹੜਾ ਇੱਕ ਕਾਲਪਨਿਕ ਬਲਦ ਮੰਨਿਆ ਗਿਆ ਹੈ ਸਾਡੇ ਸਨਾਤਨ ਫਲਸਫੇ ਦੇ ਵਿੱਚ, ਕਿ ਜਿਸ ਦੇ ਸਿੰਘਾਂ ਦੇ ਉੱਤੇ ਧਰਤੀ ਖੜੀ ਹੈ, ਭਾਵ ਧਰਤੀ ਉਹਦੇ ਸਹਾਰੇ ਤੇ ਹੀ ਖੜੀ ਹੈ, ਇਉਂ ਉਹਨੂੰ ਮੰਨਿਆ ਜਾਂਦਾ ਹੈ। ਤਾਂ ਉਹਦਾ ਜ਼ਿਕਰ ਹੈ ਇੱਥੇ। ਤੇ ਆਕਾਸ਼ ਦਾ ਅਰਥ ਆਮ ਲਫ਼ਜ਼ਾਂ ਵਿੱਚ ਅਸੀਂ ਅਸਮਾਨ ਲੈਂਦੇ ਹਾਂ, ਪਰ ਜਦੋਂ ਤੱਤਾਂ ਦੀ ਗੱਲ ਕਰੀਏ ਤੇ ਆਕਾਸ਼ ਦਾ ਅਰਥ ਸਪੇਸ ਵੀ ਹੁੰਦਾ ਹੈ, ਭਾਵ ਜਿੰਨੀ ਵੀ ਸਪੇਸ ਇਸ ਬ੍ਰਹਿਮੰਡ ਦੇ ਵਿੱਚ, ਵਿਸ਼ਵ ਦੇ ਵਿੱਚ ਹੈ, ਜਿੰਨੀਆਂ ਗੈਲੈਕਸੀਜ਼ ਹਨ, ਜਿੰਨੇ ਸੂਰਜ ਹਨ, ਤਾਰੇ ਹਨ, ਜਿੱਥੇ ਤੱਕ ਅਸੀਂ ਨਜ਼ਰ ਦੌੜਾਈਏ ਤੇ ਇਹ ਸਾਰਾ ਆਕਾਸ਼ ਹੀ ਹੈ। ਤਾਂ ਸਤਿਗੁਰੂ ਕਹਿੰਦੇ ਹਨ ਕਿ ਜਦੋਂ ਅਸੀਂ ਸਿਮਰਨ ਕਰਦੇ ਹਾਂ, ਉਹਦੀ ਬਰਕਤ ਦੇ ਨਾਲ ਸਾਨੂੰ ਇਹਨਾਂ ਦੀ ਵੀ ਸੋਝੀ ਪ੍ਰਾਪਤ ਹੋ ਜਾਂਦੀ ਹੈ। ਕੀ ਸੋਝੀ ਪ੍ਰਾਪਤ ਹੁੰਦੀ ਹੈ ਕਿ ਇੰਨੀ ਵਿਸ਼ਾਲ ਧਰਤੀ ਤੇ ਇੰਨਾ ਵਿਸ਼ਾਲ ਆਕਾਸ਼, ਤੇ ਪਤਾ ਨਹੀਂ ਕਿੰਨੀਆਂ ਇਹਦੇ ਵਿੱਚ ਗੈਲੈਕਸੀਜ਼, ਤੇ ਕਿੰਨੇ ਸੂਰਜ, ਕਿੰਨੇ ਚੰਦ, ਕਿੰਨੇ ਤਾਰੇ ਹਨ। ਇਹ ਸਾਰੀਆਂ ਚੀਜ਼ਾਂ ਦਾ ਆਸਰਾ ਉਹ ਅਕਾਲ ਪੁਰਖ ਹੀ ਹੈ ਜੋ ਇਹਨੂੰ ਆਪਣੇ ਹੁਕਮ ਦੇ ਨਾਲ ਚਲਾ ਰਿਹਾ ਹੈ। ਤੇ ਜਿੱਥੋਂ ਤੱਕ ਧਵਲ ਦਾ, ਬਲਦ ਦਾ ਸੰਬੰਧ ਹੈ, ਉਹ ਸਤਿਗੁਰਾਂ ਨੇ ਅੱਗੇ 16ਵੀਂ ਪੌੜੀ 'ਚ ਆਪਾਂ ਫੇਰ ਵਿਆਖਿਆ ਕਰਾਂਗੇ ਉਹਦੀ। ਸਤਿਗੁਰਾਂ ਨੇ ਸਮਝਾਇਆ ਕਿ ਵੀ ਜੇ ਧਰਤੀ ਦੇ ਥੱਲੇ ਬਲਦ ਖੜਾ ਹੈ ਤੇ ਬਲਦ ਦੇ ਥੱਲੇ ਫਿਰ ਹੋਰ ਕਿਹਦੇ ਤੇ ਖੜਾ, ਉਹ ਕਿਸੇ ਹੋਰ ਧਰਤੀ ਦੇ, ਫਿਰ ਉਹਦੇ ਥੱਲੇ ਹੋਰ ਬਲਦ। ਉਹ ਕਹਿੰਦੇ ਹਨ ਇਹ ਤਾਂ ਇੱਕ ਐਂਡਲੈਸ ਸੀਰੀਜ਼ ਬਣ ਜਾਏਗੀ ਜਿਹਦਾ ਕੋਈ ਅਰਥ ਨਹੀਂ ਬਣਦਾ। ਤਾਂ ਇਹ ਗੱਲ ਇਲੌਜੀਕਲ ਹੈ। ਤਾਂ ਆਪਾਂ ਇਸ ਚੀਜ਼ ਨੂੰ ਇੱਕ ਐਗਜ਼ਾਮਪਲ ਦੀ ਵੀ ਗੱਲ ਮੰਨ ਸਕਦੇ ਹਾਂ ਕਿ ਜਦੋਂ ਬੰਦਾ ਨਾਮ ਦੀ ਸੁਰਤ ਦੇ ਵਿੱਚ, ਨਾਮ ਵਿੱਚ ਸੁਰਤ ਜੋੜਦਾ ਹੈ ਆਪਣੀ, ਤਾਂ ਇਹੋ ਜਿਹੇ ਜਿਹੜੇ ਕੰਪਲੈਕਸ ਗੱਲਾਂ ਜਿਹੜੀਆਂ ਸਾਨੂੰ ਹੈਰਾਨ ਪਰੇਸ਼ਾਨ ਕਰ ਦਿੰਦੀਆਂ ਹਨ, ਜਿਹੜੀਆਂ ਸਾਨੂੰ ਡਰਾ ਦਿੰਦੀਆਂ ਹਨ ਕਿ ਵੀ ਕਿੰਨਾ ਵੱਡੀ ਧਰਤੀ, ਕਿੰਨਾ ਵੱਡਾ ਆਕਾਸ਼, ਤੇ ਥੱਲੇ ਬਲਦ ਨੇ ਉਹਨੂੰ ਚੁੱਕਿਆ ਹੋਇਆ, ਇਹ ਸਾਰੀਆਂ ਗੱਲਾਂ ਦੀ ਅਸਲੀਅਤ ਦੀ ਸਾਨੂੰ ਸਮਝ ਲੱਗ ਜਾਂਦੀ ਹੈ ਕਿ ਇਹ ਅਸਲ ਦੇ ਵਿੱਚ ਉਸ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਚੱਲ ਰਿਹਾ ਸਾਰਾ ਸਿਸਟਮ ਹੈ। ਉਹ ਅਕਾਲ ਪੁਰਖ ਦਾ ਹੀ ਆਸਰਾ ਹੈ, ਹੋਰ ਕੁਝ ਨਹੀਂ ਹੈ ਇਹਦੇ ਵਿੱਚ। ਅੱਗੇ ਸੁਣਿਆ ਦੀਪ ਲੋ ਪਾਤਾਲ।
ਤੋ ਦੀਪ ਦਾ ਅਰਥ ਹੁੰਦਾ ਹੈ ਸਾਡੀ ਧਰਤੀ ਦੇ ਹਿੱਸੇ। ਇਹ ਆਮ ਤੌਰ ਤੇ 7 ਹਿੱਸੇ ਮੰਨੇ ਗਏ ਹਨ, ਤੇ ਅੱਜ ਕੱਲ੍ਹ ਦੇ ਵਿਗਿਆਨ ਦੇ ਵਿੱਚ ਵੀ ਅਸੀਂ 7 ਕੰਟੀਨੈਂਟਸ ਮੰਨਦੇ ਹਾਂ, ਤਾਂ ਅਸੀਂ ਇਹਨੂੰ ਰਫਲੀ ਉਹਦੇ ਬਰਾਬਰ ਲੈ ਸਕਦੇ ਹਾਂ। ਤੋ ਲੋਕ ਜਿਹੜਾ ਹੈ 3 ਭਵਨ ਜਾਂ 3 ਲੋਕ ਜਿਹੜੇ ਮੰਨੇ ਜਾਂਦੇ ਹਨ ਆਮ ਤੌਰ ਦੇ ਉੱਤੇ, ਤੇ ਪਾਤਾਲ ਉਹਨਾਂ ਲੋਕਾਂ ਦੇ ਵਿੱਚੋਂ ਹੀ ਇੱਕ ਲੋਕ ਹੈ ਜਿਹੜਾ ਧਰਤੀ ਦੇ ਹੇਠਾਂ ਮੰਨਿਆ ਜਾਂਦਾ ਹੈ। ਤੋ ਇੱਕ ਦਾ ਆਕਾਸ਼ ਦਾ ਲੋਕ ਹੈ, ਇੱਕ ਮਾਤ ਲੋਕ ਹੈ ਜਿੱਥੇ ਅਸੀਂ ਰਹਿੰਦੇ ਹਾਂ, ਜਿਹਦੇ ਬਾਰੇ ਕਿਹਾ ਜਾਂਦਾ ਹੈ ਕਿ ਜਿੱਥੇ ਮੌਤ ਦਾ ਰਾਜ ਹੈ। ਹਰ ਬੰਦਾ ਜੋ ਇੱਥੇ ਪੈਦਾ ਹੁੰਦਾ ਹੈ, ਹਰ ਜੀਵ ਜੰਤ ਪੈਦਾ ਹੁੰਦਾ ਹੈ, ਉਹਦਾ ਜਨਮ ਵੀ ਹੁੰਦਾ ਹੈ ਤੇ ਮੌਤ ਵੀ ਹੁੰਦੀ ਹੈ। ਤੇ ਇੱਕ ਪਾਤਾਲ ਹੈ ਜਿਹੜਾ ਧਰਤੀ ਦੇ ਹੇਠਾਂ ਮੰਨਿਆ ਜਾਂਦਾ। ਤੋ ਸਤਿਗੁਰੂ ਕਹਿੰਦੇ ਹਨ ਕਿ ਇਹ ਵੀ ਤੁਹਾਨੂੰ, ਅਗਰ ਤੁਸੀਂ ਨਾਮ ਦੇ ਵਿੱਚ ਜੁੜੋਗੇ, ਤਾਂ ਸਤਿਗੁਰੂ ਕਹਿੰਦੇ ਹਨ ਕਿ ਇਹ ਸੋਝੀ ਸੁਤੇ ਸਿੱਧ ਹੀ ਪ੍ਰਾਪਤ ਹੋ ਜਾਏਗੀ ਕਿ ਇਹ ਦੀਪਾਂ ਲੋਆਂ ਪਤਾਲਾਂ ਦਾ ਰਹੱਸ ਕੀ ਹੈ। ਕਿਉਂਕਿ ਰਹੱਸ ਤਾਂ ਇਹਦਾ ਇੱਕੋ ਹੀ ਹੈ ਕਿ ਇਹਨਾਂ ਸਾਰੀਆਂ ਥਾਵਾਂ ਦੇ ਉੱਤੇ ਜੋ ਵੀ ਅਸੀਂ ਡਿਵੀਜ਼ਨਸ ਕਰ ਲਈਏ, ਇਹ ਕੋਈ ਇਹਨਾਂ ਨੂੰ ਸਤਿਗੁਰੂ ਸਰਟੀਫਾਈ ਨਹੀਂ ਕਰ ਰਹੇ, ਇਹ ਸਿਰਫ ਇੱਕ ਮੁਹਾਵਰੇ ਦੇ ਤੌਰ ਦੇ ਉੱਤੇ ਜੋ ਪ੍ਰਚਲਿਤ ਗੱਲਾਂ ਸਾਨੂੰ ਸਮਝਾ ਰਹੇ ਹਨ ਕਿ ਅਸੀਂ ਜਿਸ ਤਰ੍ਹਾਂ ਦੀਆਂ ਮਰਜ਼ੀ ਡਿਵੀਜ਼ਨਸ ਕਰ ਲਈਏ, ਅਸੀਂ ਉਹਨਾਂ ਸਾਰੀਆਂ ਦੇ ਵਿੱਚ ਅੰਤ ਉੱਤੇ ਇੱਕੋ ਹੀ ਨਤੀਜੇ ਤੇ ਪਹੁੰਚਦੇ ਹਾਂ ਕਿ ਇਹ ਸਾਰੇ ਜੋ ਡਿਵੀਜ਼ਨਸ ਹਨ, ਜਿੰਨੇ ਹਿੱਸੇ ਹਨ, ਇਹਨਾਂ ਸਾਰਿਆਂ ਦੇ ਵਿੱਚ ਉਹ ਅਕਾਲ ਪੁਰਖ ਤੇ ਉਹਦਾ ਹੁਕਮ ਵਿਆਪਕ ਹੈ, ਤੇ ਉਹੀ ਇਹਨਾਂ ਸਾਰਿਆਂ ਦਾ ਆਸਰਾ ਹੈ। ਸੁਣਿਆ ਪੋਹ ਨਾ ਸਕਿਆ ਕਾਲ, ਤੋ ਕਾਲ ਭਾਵ ਮੌਤ। ਮੌਤ ਦੇ ਨਾਲੋਂ ਵੀ ਇਹਦਾ ਸਹੀ ਅਰਥ ਇਹ ਬਣਦਾ ਹੈ ਕਿ ਮੌਤ ਦਾ ਡਰ। ਤੇ ਪੋਹ ਨਾ ਸਕਿਆ ਦਾ ਮਤਲਬ ਸਾਨੂੰ ਡਰਾ ਨਹੀਂ ਸਕਦਾ, ਸਾਡੇ ਉੱਤੇ ਪ੍ਰਭਾਵ ਨਹੀਂ ਪਾ ਸਕਦਾ। ਮੌਤ ਤਾਂ ਹਰ ਇੱਕ ਦੀ ਆਣੀ ਹੈ। ਇਹ ਨਹੀਂ ਹੈ ਕਿ ਕਿਸੇ ਦੀ ਮੌਤ ਨਹੀਂ ਆਵੇਗੀ, ਅਸੀਂ ਇਹ ਕੰਮ ਕਰ ਲਵਾਂਗੇ ਤੇ ਮੌਤ ਨਹੀਂ ਆਏਗੀ। ਮੌਤ ਤਾਂ ਹਰ ਇੱਕ ਦੀ ਆਣੀ ਹੈ, ਕਿਉਂਕਿ ਉਹ ਤੇ ਕੁਦਰਤ ਦਾ ਕਾਨੂੰਨ ਹੈ, ਅਕਾਲ ਪੁਰਖ ਦਾ ਹੁਕਮ ਹੈ ਕਿ ਜਿਸ ਨੇ ਜਨਮ ਲਿਆ ਉਹਨੇ ਇੱਕ ਦਿਨ ਖਤਮ ਵੀ ਹੋਣਾ ਹੈ, ਮਰਨਾ ਵੀ ਹੈ। ਪਰ ਗੱਲ ਜੋ ਮੌਤ ਦੇ ਵਿੱਚ ਡਰਾਵਣਾ ਜੋ ਹੁੰਦਾ ਹੈ, ਉਹ ਮੌਤ ਨਹੀਂ ਹੁੰਦੀ। ਮੌਤ ਤਾਂ ਹੁੰਦੀ ਹੈ ਤਾਂ ਕਿਸੇ ਨੂੰ ਡਰਨ ਦੀ ਵੀ ਵੇਲ ਨਹੀਂ ਮਿਲਦੀ। ਡਰਾਵਣਾ ਤਾਂ ਸਿਰਫ ਮੌਤ ਦਾ ਡਰ ਹੁੰਦਾ ਹੈ। ਤਾਂ ਸਤਿਗੁਰੂ ਕਹਿੰਦੇ ਹਨ ਕਿ ਜੇ ਅਕਾਲ ਪੁਰਖ ਦੇ ਸਿਮਰਨ ਦੇ ਵਿੱਚ ਅਸੀਂ ਲੱਗਾਂਗੇ, ਸਾਡੀ ਆਤਮਿਕ ਅਵਸਥਾ ਉੱਚੀ ਹੋਏਗੀ, ਤਾਂ ਸਾਨੂੰ ਮੌਤ ਵੀ ਡਰਾ ਨਹੀਂ ਸਕਦੀ। ਇੰਨੀ ਉੱਚੀ ਹੋ ਜਾਂਦੀ ਹੈ ਕਿ ਜਦੋਂ ਅਕਾਲ ਪੁਰਖ ਹੀ ਹਰ ਥਾਂ ਤੇ ਵਸਿਆ ਦਿਸਦਾ ਹੈ, ਤਾਂ ਫਿਰ ਸਾਨੂੰ ਮੌਤ ਦਾ ਡਰ ਕਿਹਾ। ਅੱਜ ਇੱਥੇ ਹਾਂ, ਕੱਲ ਕਿੱਥੇ ਜਾਣਾ ਹੈ, ਜਿੱਥੇ ਵੀ ਜਾਵਾਂਗੇ ਅਕਾਲ ਪੁਰਖ ਦੀ ਗੋਦ ਵਿੱਚ ਹੀ ਤਾਂ ਜਾਣਾ ਹੈ, ਤਾਂ ਡਰ ਕਾਹਦਾ। ਤਾਂ ਸਤਿਗੁਰੂ ਅੱਗੇ ਅਖੀਰਲੀਆਂ ਪੰਕਤੀਆਂ ਦੇ ਵਿੱਚ ਸਾਨੂੰ ਦੱਸਦੇ ਹਨ ਕਿ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਸਿਮਰਨ ਕਰਨ ਦੇ ਨਾਲ, ਸਿਮਰਨ ਕਰਨ ਵਾਲੇ ਜਿਨ੍ਹਾਂ ਨੂੰ ਇੱਥੇ ਸਤਿਗੁਰੂ ਜੀ ਨੇ ਭਗਤਾਂ ਦਾ ਨਾਮ ਦਿੱਤਾ ਹੈ, ਕਿ ਜਿਹੜੇ ਸਿਮਰਨ ਕਰਨ ਵਾਲੇ ਹਨ ਉਹ ਸਦਾ ਵਿਗਾਸ ਦੀ ਹਾਲਤ ਵਿੱਚ ਆ ਜਾਂਦੇ ਹਨ। ਭਾਵ ਉਹਨਾਂ ਨੂੰ ਫਿਰ ਕਿਸੇ ਚੀਜ਼ ਤੋਂ ਨਾ ਡਰ ਲੱਗਦਾ ਹੈ, ਨਾ ਉਹਨਾਂ ਨੂੰ ਤਾਂਘ ਹੁੰਦੀ ਹੈ ਕਿ ਮੈਂ ਇਹ ਕਰਾਂ ਜਾਂ ਨਾ ਕਰਾਂ, ਇਹ ਬਣਾ ਜਾਂ ਨਾ ਬਣਾ, ਇਹ ਇੰਨਾ ਕੁਛ ਕਿਉਂ ਹੈ। ਉਹ ਤਾਂ ਅਕਾਲ ਪੁਰਖ ਦੇ ਰੰਗ ਦੇ ਵਿੱਚ ਸਦਾ ਵਿਗਾਸ ਦੀ ਅਵਸਥਾ ਦੇ ਵਿੱਚ ਪਹੁੰਚ ਜਾਂਦੇ ਹਨ। ਸੁਣਿਆ ਦੁਖ ਪਾਪ ਕਾ ਨਾਸ, ਕਿ ਸਿਮਰਨ ਕਰਨ ਵਾਲੇ ਵਿਅਕਤੀ ਦਾ ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ। ਹੁਣ ਇੱਥੇ ਦੁੱਖ ਪਾਪ ਦੀ ਜਿਹੜੀ ਗੱਲ ਹੈ, ਉਹ ਵੀ ਸਾਨੂੰ ਵੱਖੋ ਵੱਖ ਢੰਗ ਦੇ ਨਾਲ ਵਿਦਵਾਨ ਜਿਹੜੇ ਨੇ ਉਹ ਸਮਝਾ ਦਿੰਦੇ ਹਨ। ਕੋਈ ਇਹਨਾਂ ਨੂੰ ਸਰੀਰਕ ਦੁੱਖ ਤੇ ਆਤਮਿਕ ਦੁੱਖ ਵੀ ਕਹਿ ਦਿੰਦੇ ਹਨ। ਕਈ ਕਹਿੰਦੇ ਹਨ ਪਾਪ ਹੀ ਜੋ ਹਨ ਉਹ ਦੁੱਖਾਂ ਦਾ ਕਾਰਨ ਹਨ। ਕੋਈ ਕਹਿੰਦਾ ਰੱਬ ਦੇ ਦਿੱਤੇ ਦੁੱਖ ਨੇ ਤੇ ਸਾਡੇ ਆਪਣੇ ਸੜੇ ਹੋਏ ਪਾਪ ਨੇ। ਗੱਲ ਕੀ ਇਸ ਤਰ੍ਹਾਂ ਸਾਨੂੰ ਬਹੁਤ ਉਲਝਣਾਂ ਦੇ ਵਾਲੇ ਜੋ ਕਹਿੰਦੇ ਹਨ ਐਕਸਪਲੇਨੇਸ਼ਨ ਸਾਨੂੰ ਦਿੱਤੀਆਂ ਜਾਂਦੀਆਂ ਹਨ। ਅੱਜ ਅਸੀਂ ਕਥਾਕਾਰਾਂ ਵਿਦਵਾਨਾਂ ਨੂੰ ਸੁਣੀਏ, ਕਿੰਨੇ ਤਰ੍ਹਾਂ ਦੇ ਦੁੱਖ ਹਨ, ਕਿੰਨੇ ਤਰ੍ਹਾਂ ਦੇ ਪਾਪ ਹਨ, ਕਿੰਨੇ ਤਰ੍ਹਾਂ ਦੇ ਭਗਤ ਹਨ, ਕਿੰਨੇ ਤਰ੍ਹਾਂ ਦੀਆਂ ਭਗਤੀਆਂ ਹਨ, ਕਿੰਨੇ ਤਰ੍ਹਾਂ ਦੇ ਸਿਮਰਨ ਹਨ। ਇਹਨਾਂ ਉਲਝਣਾਂ ਦੇ ਵਿੱਚ ਹੀ ਸਾਨੂੰ ਪਾ ਦਿੰਦੇ ਹਨ। ਮੈਨੂੰ ਤਾਂ ਇਉਂ ਲੱਗਦਾ ਹੈ ਕਿ ਸਤਿਗੁਰਾਂ ਨੇ ਇੱਥੇ ਦੁੱਖ ਪਾਪ ਸਿਰਫ ਇੱਕ ਮੁਹਾਵਰੇ ਦੀ ਤਰ੍ਹਾਂ ਵਰਤਿਆ ਹੈ ਕਿ ਤੁਹਾਨੂੰ ਤੰਗ ਕਰਨ ਵਾਲੇ, ਡਰਾਉਣ ਵਾਲੇ, ਪਰੇਸ਼ਾਨ ਕਰਨ ਵਾਲੇ ਜਿੰਨੀਆਂ ਵੀ ਚੀਜ਼ਾਂ ਨੇ ਉਹ ਸਾਰੀਆਂ ਦੁੱਖਾਂ ਪਾਪਾਂ ਵਾਲੀ ਗੱਲ ਹੀ ਹੈ। ਤਾਂ ਭਾਵ ਇਹ ਕਿ ਤੇਰੀਆਂ ਉਹਨਾਂ ਸਾਰੀਆਂ ਚੀਜ਼ਾਂ ਦਾ ਨਾਸ ਹੋ ਜਾਏਗਾ, ਇਹਨਾਂ ਦਾ ਨਾਸ ਹੋਏਗਾ, ਤੇ ਤਾਂ ਹੀ ਭਗਤ ਦੀ ਅਵਸਥਾ ਸਦਾ ਵਿਗਾਸ ਵਾਲੀ ਬਣੇਗੀ ਨਾ। ਤਾਂ ਇਹਨਾਂ ਨੂੰ ਟੈਕਨੀਕੈਲਿਟੀਜ਼ ਜਿਹੜੀਆਂ ਹਨ ਇਹ ਛੱਡ ਕੇ ਸਾਨੂੰ ਇਹਦੇ ਅੰਤਰੀਵ ਭਾਵ ਤੱਕ ਜਾਣਾ ਚਾਹੀਦਾ ਹੈ ਕਿ ਜਿਹੜਾ ਨਾਮ ਸਿਮਰਨ ਨਾਲ ਜੁੜਨ ਵਾਲਾ ਬੰਦਾ ਹੈ ਉਹ ਸਦਾ ਵਿਕਾਸ ਦੀ ਅਵਸਥਾ ਵਿੱਚ ਆ ਜਾਂਦਾ ਹੈ। ਉਹਨੂੰ ਪਰੇਸ਼ਾਨ ਕਰਨ ਦੇ ਲਈ ਬਾਕੀ ਫਿਰ ਕੁਝ ਵੀ ਨਹੀਂ ਬਚਦਾ। ਅੱਗੇ ਸਤਿਗੁਰੂ ਅਗਲੀ ਪੌੜੀ ਦੇ ਵਿੱਚ ਕਹਿੰਦੇ ਹਨ, ਸੁਣਿਆ
ईश्वर ब्रह्मा इंद्र। तो इथे ईश्वर जो है वो शिव का दूसरा नाम है, ਤੇ ਇੱਥੇ ਜੋ ਬਰਮਾ ਲਫ਼ਜ਼ ਹੈ ਉਹ ਬ੍ਰਹਮਾ ਦਾ ਦੂਜਾ ਨਾਮ ਹੈ। ਔਰ ਗੁਰਬਾਣੀ ਦੇ ਵਿੱਚ ਉਹਨੂੰ ਆਮ ਤੌਰ ਦੇ ਉੱਤੇ ਬਰਮਾ ਇਹਨਾਂ ਸਪੈਲਿੰਗਸ ਦੇ ਨਾਲ ਹੀ ਲਿਖਿਆ ਗਿਆ ਹੈ, ਪਰ ਅਸੀਂ ਇਹਨੂੰ ਪ੍ਰੋਨਾਉਂਸ ਜੋ ਹੈ ਉਹ ਬ੍ਰਹਮਾ ਦੇ ਤਰ੍ਹਾਂ ਕਰਾਂਗੇ ਤਾਂ ਕਿ ਸਾਨੂੰ ਕਲੈਰਿਟੀ ਹੋ ਜਾਏ। ਤੇ ਇੰਦ ਜੋ ਹੈ ਉਹ ਇੰਦਰ ਦੇਵਤਾ ਦੇ ਵਾਸਤੇ। ਹੁਣ ਇਹ ਤਿੰਨਾਂ ਦੇਵਤਿਆਂ ਜਿਨ੍ਹਾਂ ਦਾ ਨਾਮ ਲਿਆ ਗਿਆ ਹੈ, ਇਹ ਸਨਾਤਨ ਮਤ ਦੇ ਵਿੱਚ ਬਹੁਤ ਸਭ ਤੋਂ ਟੌਪ ਦੇ ਦੇਵਤੇ ਗਿਣੇ ਗਏ ਹਨ, ਸਭ ਤੋਂ ਉੱਚੀ ਅਵਸਥਾ ਵਾਲੇ ਦੇਵਤੇ ਗਿਣੇ ਗਏ ਹਨ। शिव ਤੇ ਬ੍ਰਹਮਾ ਤਾਂ ਉਹ ਤ੍ਰਿਮੂਰਤੀ ਦੇ ਵਿੱਚ ਹਨ, ਜਿਹੜੀ ਸਭ ਤੋਂ ਉੱਚੀ ਮੰਨੀ ਜਾਂਦੀ ਹੈ। ਤੇ ਇੰਦਰ ਵੀ ਸਵਰਗਾਂ ਦਾ ਰਾਜਾ, ਦੇਵਤਿਆਂ ਦਾ ਰਾਜਾ ਮੰਨਿਆ ਜਾਂਦਾ ਹੈ, ਤਾਂ ਉਹਦੀ ਵੀ ਜੋ ਸਟੇਟਸ ਹੈ ਉਹ ਬਹੁਤ ਉੱਚਾ ਹੈ। ਤਾਂ ਸਤਿਗੁਰੂ ਕਹਿੰਦੇ ਹਨ ਕਿ ਜਦੋਂ ਕੋਈ ਵਿਅਕਤੀ ਨਾਮ ਸਿਮਰਨ ਵਿੱਚ ਅਕਾਲ ਪੁਰਖ ਦੇ ਪ੍ਰੇਮ ਦੇ ਵਿੱਚ ਆਪਣੀ ਸੁਰਤ ਨੂੰ ਜੋੜਦਾ ਹੈ, ਤਾਂ ਉਹਦੀ ਅਵਸਥਾ ਜੋ ਹੈ ਉਹਨੂੰ ਉਹਦੀ ਪਦਵੀ ਤੇ ਪਹੁੰਚ ਜਾਂਦਾ ਹੈ। ਭਾਵ ਉਹਦੀ ਆਤਮਿਕ ਅਵਸਥਾ ਦੇਵਤਿਆਂ ਵਾਲੀ ਹੋ ਜਾਂਦੀ ਹੈ। ਔਰ ਦੇਵਤੇ ਵੀ ਸਭ ਤੋਂ ਉੱਚੇ ਦੇਵਤੇ ਜਿਹੜੇ ਤੂੰ ਮੰਨਦਾ ਹੈ, ਤੂੰ ਉਹੀ ਸਮਝ ਕੇ ਤੇਰੀ ਅਵਸਥਾ ਕਿੰਨੀ ਉੱਚੀ ਹੋ ਜਾਵੇਗੀ। ਤੋ ਸਤਿਗੁਰੂ ਕਹਿੰਦੇ ਹਨ ਕਿ ਜਦੋਂ ਤੂੰ ਨਾਮ ਸਿਮਰਨ ਦੇ ਵਿੱਚ ਜੁੜਦਾ ਹੈ ਤਾਂ ਤੇਰੀ ਆਤਮਿਕ ਅਵਸਥਾ ਬਹੁਤ ਉੱਚੀ ਹੋ ਜਾਵੇਗੀ। ਸੁਣਿਆ ਮੁਖ ਸਲਾਹਣ ਮਨ। ਮੰਦ ਦਾ ਭਾਵ ਹੈ ਭੈੜਾ ਮਨੁੱਖ, ਇਹ ਸਿੰਗੂਲਰ ਦੇ ਵਿੱਚ ਯੂਜ਼ ਕੀਤਾ ਗਿਆ ਹੈ। ਤੇ ਮੁਖ ਸਲਾਹਣ ਮਤਲਬ ਹੈ ਕਿ ਮੂੰਹ ਤੋਂ ਰੱਬ ਦੀਆਂ ਵਡਿਆਈਆਂ ਕਰ। ਸਤਿਗੁਰੂ ਕਹਿੰਦੇ ਹਨ ਕਿ ਜਿਹੜਾ ਮੰਦਾ ਮਨੁੱਖ ਵੀ ਹੈ, ਉਹ ਵੀ ਜਦੋਂ ਨਾਮ ਸਿਮਰਨ ਸ਼ੁਰੂ ਕਰਦਾ ਹੈ ਤਾਂ ਉਹਦੇ ਮੂੰਹੋਂ ਵੀ ਰੱਬ ਦੀਆਂ ਸਿਫਤਾਂ, ਰੱਬ ਦੀ ਸਿਫਤ ਸਲਾਹ ਹੀ ਉਹਦੇ ਮੂੰਹ ਨਿਕਲਣੀ ਸ਼ੁਰੂ ਹੋ ਜਾਂਦੀ ਹੈ। ਹੁਣ ਇਸ ਦਾ ਅਰਥ ਕੀ ਹੈ ਕਿ ਉਹਦੀ ਮਾਨਸਿਕ ਅਵਸਥਾ ਬਦਲ ਜਾਂਦੀ ਹੈ, ਉਹਦੇ ਸੁਭਾਅ ਦੇ ਵਿੱਚ ਇਹ ਆ ਚੀਜ਼ ਆ ਜਾਂਦੀ ਹੈ ਕਿ ਹੁਣ ਉਹ ਅਕਾਲ ਪੁਰਖ ਦੀ, ਵਾਹਿਗੁਰੂ ਦੀ ਸਿਫਤ ਸਲਾਹ ਕਰਨ ਲੱਗ ਪਵੇ। ਤਾਂ ਉਹਦੀ ਜੋ ਮਾਨਸਿਕ ਅਵਸਥਾ ਬਦਲ ਗਈ। ਜਿਹੜਾ ਵਿਕਾਰ ਕਰਨ ਵਾਲਾ ਮੰਦਾ ਮਨੁੱਖ ਕੌਣ ਹੈ? ਜਿਹੜਾ ਵਿਕਾਰਾਂ ਦੇ ਵਿੱਚ ਪਿਆ ਹੈ, ਉਹ ਤਾਂ ਕੋਈ ਮੰਦਾ ਨਹੀਂ, ਤਰ੍ਹਾਂ ਤਰ੍ਹਾਂ ਦੇ ਵਿਕਾਰ ਕਰਦਾ ਹੈ। ਉਹ ਵਿਕਾਰੀ ਮਨੁੱਖ ਵੀ ਆਪਣੇ ਵਿਕਾਰ ਛੱਡ ਕੇ ਅਕਾਲ ਪੁਰਖ ਦੀ ਸਿਫਤ ਸਲਾਹ ਵਾਲਾ ਸੁਭਾਅ ਬਣਾ ਲੈਂਦਾ ਹੈ, ਉਹਦੇ ਮੂੰਹ ਤੋਂ ਨਿਕਲਣਾ ਸ਼ੁਰੂ ਹੋ ਜਾਂਦਾ ਹੈ। ਇੰਨੀ ਬਰਕਤ ਹੈ ਉਸ ਅਕਾਲ ਪੁਰਖ ਦੇ ਨਾਮ ਦੇ ਸਿਮਰਨ ਦੀ। ਸੁਣਿਆ ਜੋਗ ਜੁਗਤ ਤਨ ਭੇਦ। ਹੁਣ ਇੱਥੇ ਜੋਗ ਜੁਗਤ ਦੋਨੋਂ ਲਫ਼ਜ਼ ਜੋ ਇਕੱਠੇ ਵਰਤੇ ਗਏ ਹਨ, ਇਹਨਾਂ ਦਾ ਅਰਥ ਇਹ ਕੀਤਾ ਜਾਂਦਾ ਹੈ ਕਿ ਜੋਗ ਤੋਂ ਭਾਵ ਹੈ ਮਿਲਾਪ, ਮਿਲਾਪ ਦੀ ਜੁਗਤੀ। ਭਾਵ ਅਕਾਲ ਪੁਰਖ ਨਾਲ ਮਿਲਾਪ ਦੀ ਜੁਗਤ, ਉਹਦੇ ਨਾਲ ਮਿਲਣ ਦਾ, ਉਹਨੂੰ ਆਪਣੇ ਹਿਰਦੇ ਵਿੱਚ ਵਸਾਉਣ ਦਾ ਜੋ ਢੰਗ ਹੈ, ਉਹਦੀ ਗੱਲ ਇੱਥੇ ਹੋ ਰਹੀ ਹੈ। ਤੇ ਤਨ ਭੇਦ ਦਾ ਅਰਥ ਹੈ ਕਿ ਤਨ ਦਾ ਮਤਲਬ ਸਰੀਰ ਦੇ ਭੇਦ, ਭਾਵ ਗੁੱਝੇ ਜੋ ਗੁੱਝੀਆਂ ਗੱਲਾਂ ਹਨ, ਜੋ ਸਰੀਰਕ ਪੱਧਰ ਦੇ ਉੱਤੇ ਜੋ ਸਾਡੇ 'ਚ ਵਾਪਰ ਰਿਹਾ ਹੈ, ਸਾਨੂੰ ਉਹਨਾਂ ਦੀ ਵੀ ਸੋਝੀ ਹੋ ਜਾਂਦੀ ਹੈ। ਤਾਂ ਇਉਂ ਇਸ ਦਾ ਅਰਥ ਇਹ ਬਣਦਾ ਹੈ ਕਿ ਜੋ ਸਾਡੇ ਸਰੀਰ ਦੇ ਅੰਦਰ ਗੁੱਝੀਆਂ ਚੀਜ਼ਾਂ, ਗੁੱਝੇ ਪ੍ਰੋਸੈਸਿਸ ਜਿਹੜੇ ਵਾਪਰ ਰਹੇ ਹਨ, ਸਾਨੂੰ ਉਹਨਾਂ ਦਾ ਭੇਦ ਪਤਾ ਲੱਗ ਜਾਂਦਾ ਹੈ। ਔਰ ਇਹ ਉਹਨਾਂ ਦਾ ਭੇਦ ਪਤਾ ਲੱਗ ਜਾਂਦਾ ਹੈ ਤੇ ਉਸ ਅਕਾਲ ਪੁਰਖ ਦੇ ਨਾਲ ਜਿਹੜੀ ਮਿਲਾਪ ਦੀ ਜੁਗਤੀ ਕੀ ਹੈ। ਤੋ ਸਿਮਰਨ ਇਹ ਸਾਰੀ ਮਤ ਦਾ ਪ੍ਰਕਾਸ਼ ਕਰ ਦਿੰਦਾ ਹੈ, ਅੰਦਰ ਗਿਆਨ ਦਾ ਪ੍ਰਕਾਸ਼ ਕਰ ਦਿੰਦਾ ਹੈ। ਸਾਨੂੰ ਇਹ ਸਮਝ ਆ ਜਾਂਦੀ ਹੈ ਕਿ ਸਾਡੇ ਸਰੀਰ ਦੇ ਉਹ ਕਿਹੜੇ ਪ੍ਰੋਸੈਸਿਸ, ਉਹ ਕਿਹੜੇ ਕਰਮ, ਉਹ ਕਿਹੜੇ ਕੰਮ ਹਨ ਜਿਹੜੇ ਸਾਡੇ ਤੇ ਪ੍ਰਭੂ ਦੇ ਵਿੱਚ ਵਿੱਥ ਪਾ ਕੇ ਰੱਖਦੇ ਹਨ, ਤੇ ਅਸੀਂ ਉਹਨਾਂ ਚੀਜ਼ਾਂ ਨੂੰ ਕਿਵੇਂ ਓਵਰਕਮ ਕਰਕੇ ਮਿਲਾਪ ਦੀ ਜੁਗਤੀ ਤੱਕ ਪਹੁੰਚਣਾ ਹੈ। ਸਾਡੀ ਵਿੱਥ ਉਸ ਅਕਾਲ ਪੁਰਖ ਨਾਲ ਕਿਵੇਂ ਮਿਟ ਸਕਦੀ ਹੈ, ਉਹ ਅਕਾਲ ਪੁਰਖ ਕਿਵੇਂ ਸਾਡੇ ਹਿਰਦੇ 'ਚ ਵਸ ਜਾਏਗਾ, ਉਸ ਦੀ ਜੁਗਤ ਕੀ ਹੈ। ਤਾਂ ਸਤਿਗੁਰੂ ਕਹਿੰਦੇ ਹਨ ਕਿ ਉਹ ਸਾਨੂੰ ਸਮਝ ਲੱਗ ਜਾਂਦੀ ਹੈ। ਭਾਵ ਕਿ ਜੋ ਤਨ ਦੇ ਪੱਧਰ ਉੱਤੇ ਸਾਡੇ ਉਸ ਪ੍ਰਭੂ ਮਿਲਾਪ ਦੇ ਰਸਤੇ ਵਿੱਚ ਜੋ ਰੁਕਾਵਟਾਂ ਆ ਰਹੀਆਂ ਸਨ, ਉਹ ਰੁਕਾਵਟਾਂ ਦੀ ਸਮਝ ਲੱਗ ਕੇ ਤੇ ਸਾਨੂੰ ਮਿਲਾਪ ਦੀ ਜੁਗਤੀ ਦੀ ਸਮਝ ਲੱਗ ਜਾਂਦੀ ਹੈ। ਸੁਣਿਆ ਸ਼ਾਸਤ ਸਿਮਰਤ ਵੇਦ। ਤੋ ਅਕਾਲ ਪੁਰਖ ਦੇ ਨਾਮ ਦੇ ਸਿਮਰਨ ਦੇ ਵਿੱਚ ਜੁੜਿਆ ਸਾਨੂੰ ਸ਼ਾਸਤਰਾਂ, ਸਿਮਰਤੀਆਂ ਤੇ ਵੇਦਾਂ ਦੀ ਸਮਝ ਲੱਗ ਜਾਂਦੀ ਹੈ। ਸ਼ਾਸਤਰ ਉਹ ਹਨ ਜਿਨ੍ਹਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਵਿਧੀਆਂ ਲਿਖ ਕੇ ਸਨਾਤਨ ਮਤ ਦੇ ਵਿੱਚ ਸਮਝਾਇਆ ਗਿਆ ਹੈ। ਸਿਮਰਤੀਆਂ ਉਹ ਹਨ ਜਿਨ੍ਹਾਂ ਦੇ ਵਿੱਚ ਉਹ ਨਿਯਮ ਕਾਨੂੰਨ ਜਾਂ ਉਹ ਫਿਲਾਸਫੀ ਦੀਆਂ ਗੱਲਾਂ ਲਿਖੀਆਂ ਗਈਆਂ ਹਨ ਜਿਹੜੀਆਂ
ਉਹਨਾਂ ਦੇ ਲਿਖੇ ਜਾਣ ਤੋਂ ਪਹਿਲਾਂ ਸਮ੍ਰਿਤੀ ਦੇ ਵਿੱਚ ਭਾਵ ਯਾਦ ਹੀ ਕਰਕੇ ਰੱਖੀਆਂ ਜਾਂਦੀਆਂ ਸਨ। ਉਹ ਜਿਹੜੀਆਂ ਕਿਤਾਬਾਂ ਲਿਖੀਆਂ ਗਈਆਂ ਉਹਨਾਂ ਦਾ ਨਾਮ ਸਿਮਰਤੀਆਂ ਹੋਇਆ। ਤੇ ਵੇਦ ਜਿਹੜੇ ਹਨ ਉਹ ਸਨਾਤਨ ਮਤ ਦੇ ਜਿਹੜੇ ਮੂਲ ਗ੍ਰੰਥ ਹਨ, ਜਿਨ੍ਹਾਂ ਨੂੰ ਬਾਕੀ ਸਾਰੇ ਗ੍ਰੰਥਾਂ ਦਾ ਆਧਾਰ ਮੰਨਿਆ ਜਾਂਦਾ ਹੈ। ਤੋ ਸਤਿਗੁਰੂ ਕਹਿੰਦੇ ਹਨ ਕਿ ਜੇ ਭਾਈ ਤੂੰ ਨਾਮ ਸਿਮਰਨ ਦੇ ਵਿੱਚ ਜੁੜੇਗਾ ਤਾਂ ਇਉਂ ਸਮਝ ਕਿ ਤੈਨੂੰ ਸ਼ਾਸਤਰਾਂ, ਸਿਮਰਤੀਆਂ ਤੇ ਵੇਦਾਂ ਦੀ ਸਾਰੀ ਸਮਝ ਲੱਗ ਗਈ। ਹੁਣ ਧਾਰਮਿਕ ਜਿਹੜੀਆਂ ਪੁਸਤਕਾਂ ਹੁੰਦੀਆਂ ਹਨ, ਉਹਨਾਂ ਦਾ ਅਸਲ ਨਿਸ਼ਾਨਾ ਕੀ ਹੁੰਦਾ ਹੈ? ਸਾਡੇ ਕੋਲ ਉਹ ਕਿਸ ਟਾਈਪ ਦਾ ਜੀਵਨ ਸਾਡਾ ਬਣਾਉਣਾ ਚਾਹੁੰਦੀਆਂ ਹਨ, ਸਾਨੂੰ ਕਿਸ ਮੰਜ਼ਿਲ ਤੇ ਲੈ ਕੇ ਜਾਣਾ ਚਾਹੁੰਦੀਆਂ ਹਨ, ਇਹ ਅਸੀਂ ਉਦੋਂ ਹੀ ਸਮਝ ਸਕਦੇ ਹਾਂ ਜਦੋਂ ਸਾਨੂੰ ਸਾਡੇ ਮਾਨਸਿਕ ਅਵਸਥਾ ਉਸ ਜਜ਼ਬੇ ਦੇ ਨਾਲ ਭਰਪੂਰ ਹੋ ਜਾਵੇ ਜਿਸ ਜਜ਼ਬੇ ਦੇ ਨਾਲ ਉਹ ਰਚੀਆਂ ਜਾਂਦੀਆਂ ਹਨ। ਤੋ ਜਦੋਂ ਅਸੀਂ ਨਾਮ ਵਿੱਚ ਜੁੜਦੇ ਹਾਂ ਤਾਂ ਸਾਡੀ ਮਾਨਸਿਕ ਅਵਸਥਾ, ਸਾਡੀ ਆਤਮਿਕ ਅਵਸਥਾ ਉੱਚੀ ਹੁੰਦੀ ਹੈ। ਤੇ ਫਿਰ ਸਾਨੂੰ ਸੁਤੇ ਹੀ ਬਿਨਾਂ ਕਿਸੇ ਤਰੱਦਦ ਦੇ, ਬਿਨਾਂ ਉਹ ਮਿਹਨਤ ਕੀਤਿਆਂ ਸਾਨੂੰ ਤਤ ਗਿਆਨ ਜਿਹੜਾ ਮਿਲ ਜਾਂਦਾ ਹੈ ਕਿ ਪ੍ਰਭੂ ਦੇ ਰਸਤੇ ਦੇ ਉੱਤੇ ਚੱਲਣ ਦੇ ਲਈ ਮੈਨੂੰ ਕਿਸ ਤਰ੍ਹਾਂ ਦਾ ਗਿਆਨ ਚਾਹੀਦਾ ਹੈ, ਕਿਸ ਤਰ੍ਹਾਂ ਦਾ ਜੀਵਨ ਬਣਾਉਣਾ ਹੈ। ਇਹ ਸਾਰਾ ਗਿਆਨ ਕੇਵਲ ਨਾਮ ਸਿਮਰਨ ਦੇ ਵਿੱਚੋਂ ਸਤਿਗੁਰੂ ਕਹਿ ਰਹੇ ਹਨ ਕਿ ਪ੍ਰਾਪਤ ਹੋ ਜਾਂਦਾ ਹੈ। ਤੇ ਸਤਿਗੁਰੂ ਫਿਰ ਇੱਕ ਵਾਰੀ ਸਾਨੂੰ ਦੁਬਾਰਾ ਸਮਝਾ ਰਹੇ ਹਨ ਕਿ ਹੇ ਨਾਨਕ, ਜਿਹੜੇ ਸਿਮਰਨ ਕਰਨ ਵਾਲੇ ਹਨ ਉਹ ਸਦਾ ਵਿਗਾਸ ਭਾਵ ਸਦਾ ਖੇੜੇ ਸਦੀਵੀ ਆਨੰਦ ਦੀ ਅਵਸਥਾ ਦੇ ਵਿੱਚ ਰਹਿੰਦੇ ਹਨ। ਤੇ ਸਿਮਰਨ ਕਰਨ ਵਾਲੇ ਜੋ ਹਨ ਉਹਨਾਂ ਦੀਆਂ ਸਭ ਪਰੇਸ਼ਾਨੀਆਂ, ਦੁੱਖਾਂ, ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਫਿਰ ਉਹਨਾਂ ਦੇ ਜੀਵਨ ਦੇ ਵਿੱਚ ਕੋਈ ਐਸੀ ਗੱਲ ਨਹੀਂ ਹੁੰਦੀ ਜਿਹੜੀ ਉਹਨਾਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਪਰੇਸ਼ਾਨ ਕਰ ਸਕੇ। ਤੋ ਇਹਦਾ ਜੋ ਇੱਕ ਹੋਰ ਢੰਗ ਨਾਲ ਵੀ ਅਸੀਂ ਇਸ ਚੀਜ਼ ਨੂੰ, ਇਹ ਆਖਰੀ ਪੰਕਤੀ ਨੂੰ ਸਮਝ ਸਕਦੇ ਹਾਂ ਕਿ ਦੁੱਖਾਂ ਤੇ ਪਾਪਾਂ ਦਾ ਨਾਸ਼ ਕਿਵੇਂ ਹੋਵੇਗਾ। ਦੁੱਖਾਂ ਤੇ ਪਾਪਾਂ ਦਾ ਨਾਸ਼ ਜਦੋਂ ਤੱਕ ਸਰੀਰ ਹੈ, ਕੋਈ ਨਾ ਕੋਈ ਦੁੱਖ ਸੁੱਖ ਇਹ ਸਭ ਚੀਜ਼ਾਂ ਆਉਂਦੀਆਂ ਰਹਿਣੀਆਂ, ਪਰੇਸ਼ਾਨੀਆਂ ਵੀ ਆਉਂਦੀਆਂ ਰਹਿਣੀਆਂ ਹਨ, ਮਾਨਸਿਕ ਪਰੇਸ਼ਾਨੀਆਂ ਵੀ ਆਉਂਦੀਆਂ ਰਹਿਣੀਆਂ ਹਨ। ਤਾਂ ਫਿਰ ਇਹਨਾਂ ਦਾ ਨਾਸ਼ ਕਿਵੇਂ ਹੋਏਗਾ? ਉਹਨਾਂ ਦੇ ਨਾਸ਼ ਹੋਣ ਦਾ ਇੱਕੋ ਤਰੀਕਾ ਹੈ ਕਿ ਇਨਸਾਨ ਦੀ ਮਾਨਸਿਕ ਆਤਮਿਕ ਅਵਸਥਾ ਇੰਨੀ ਉੱਚੀ ਹੋ ਜਾਵੇ ਕਿ ਇਹ ਸਾਰੀਆਂ ਪਰੇਸ਼ਾਨੀਆਂ ਉਸ ਤੋਂ ਬਹੁਤ ਨੀਵੇਂ ਪੱਧਰ ਤੇ ਰਹਿ ਜਾਣ। ਤਾਂ ਫਿਰ ਜੋ ਭਗਤ ਹੈ, ਜਦੋਂ ਇਹ ਅਵਸਥਾ ਪਹੁੰਚ ਗਈ ਤਾਂ ਸਿਮਰਨ ਕਰਨ ਵਾਲੇ ਵਿਅਕਤੀ, ਨਾਮ ਦੇ ਸਿਮਰਨ ਕਰਨ ਵਾਲੇ ਵਿਅਕਤੀ ਦੀ ਅਵਸਥਾ ਸਦਾ ਵਿਗਾਸ ਵਾਲੀ ਬਣ ਜਾਏਗੀ, ਭਾਵ ਸਦੀਵੀ ਆਨੰਦ ਦੀ ਅਵਸਥਾ ਬਣ ਜਾਏਗੀ, ਜਿਹਦੇ ਵਿੱਚੋਂ ਉਹਨੂੰ ਕਦੇ ਵੀ ਨਿਕਲਣਾ ਨਹੀਂ ਪੈਂਦਾ ਔਰ ਪੂਰਾ ਜੀਵਨ ਉਹ ਉਸ ਦੇ ਵਿੱਚ ਉਸ ਆਨੰਦ ਵਾਲਾ ਜੀਵਨ ਬਿਤਾਉਂਦਾ ਹੈ। ਤੋ ਪਿਆਰਿਓ, ਵਿਚਾਰ ਕਰਦੇ ਹਾਂ, ਜ਼ਰੂਰ ਭੁੱਲਾਂ ਬਹੁਤ ਸਾਰੀਆਂ ਹੋ ਗਈਆਂ ਹਨ, ਖਿਮਾ ਕਰ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਐਮ ਪੀ ਸਿੰਘ। ਵਾਹਿਗੁਰੂ ਜੀ ਕਾ ਦੇਖੋ, ਗੁਰੂ ਸਾਹਿਬ ਜੀ ਨੇ ਕਿੰਨੇ ਕਮਾਲ ਦੀਆਂ ਗੱਲਾਂ ਸਾਨੂੰ ਸਮਝਾਈਆਂ। ਵਿਗਾਸ, ਵਿਗਾਸ, ਅਬਨਾਸ਼ੀ ਖੇਮ, ਹਮੇਸ਼ਾ ਦੀ ਪ੍ਰਸੰਨਤਾ, ਹਮੇਸ਼ਾ ਦਾ ਖੇੜਾ, ਸਦ ਚਿਤ ਆਨੰਦ, ਇਹ ਸਾਰੀਆਂ ਇੱਕੋ ਹੀ ਸ਼ਬਦਾਵਲੀ ਹੈ। ਵਿਗਾਸ, ਵਿਗਾਸ ਦੇ ਵਿੱਚ ਸਾਰੇ ਗੱਲਾਂ ਆ ਜਾਂਦੀਆਂ ਨੇ। ਹੁਣ ਇਸ ਵਿਗਾਸ ਦਾ ਕਾਰਨ ਕੀ ਹੈ, ਵਿਗਾਸ ਹੈ ਕਿਵੇਂ, ਮਿਲਦਾ ਕਿਵੇਂ ਹੈ, ਉਹ ਸੁਣਿਆ ਦੀ ਗੱਲ ਸ਼ੁਰੂ ਹੋਈ ਹੈ। ਸੁਣਿਆ ਦਾ ਆਧਾਰ ਕੀ ਹੈ? ਇਹ 4 ਪੌੜੀਆਂ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਜੋ ਵੀ ਸਾਨੂੰ ਦੱਸਿਆ, ਕੇਂਦਰੀ ਬਿੰਦੂ ਹੀ ਇਹਨਾਂ ਪੌੜੀਆਂ ਦਾ ਸੁਣਿਆ। 3 ਲਫ਼ਜ਼ ਹੁੰਦੇ ਨੇ ਜੋ ਆਪੋ ਦੇ ਵਿੱਚ ਜੁੜੇ ਹਨ, ਵੱਖ-ਵੱਖ ਵੀ ਹਨ, ਜੁੜੇ ਹਨ। ਇੱਕ ਹੈ ਕਹਿਣਾ, ਇੱਕ ਹੈ ਸੁਣਨਾ, ਇੱਕ ਹੁੰਦਾ ਮੰਨਣਾ। ਕਹਿਣ ਤੋਂ ਗੱਲ ਸ਼ੁਰੂ ਹੁੰਦੀ ਹੈ। ਜੇ ਕਿਸੇ ਨੂੰ ਕੁਝ ਕਿਹਾ ਹੀ ਨਹੀਂ ਫਿਰ ਸੁਣਿਆ ਕੀ ਜਾਏਗਾ, ਜੇ ਸੁਣਿਆ ਹੀ ਨਹੀਂ ਤੇ ਫਿਰ ਮੰਨਿਆ ਕੀ ਜਾਏਗਾ। ਬੜੀ ਤਰਤੀਬਵਾਰ ਗੁਰੂ ਸਾਹਿਬ ਜੀ ਨੇ ਪੌੜੀਆਂ ਜਿਹੜੀਆਂ ਲਿਖ ਦਿੱਤੀਆਂ ਨੇ। 3 ਲਫ਼ਜ਼ਾਂ ਦੀ ਕਿਰਿਆ ਵੱਖਰੀ ਵੱਖਰੀ ਹੈ, ਕਹਿਣ ਦੀ, ਸੁਣਨ ਦੀ, ਮੰਨਣ ਦੀ, ਪਰ ਸੰਬੰਧ ਆਪੋ 'ਚ ਬੜਾ ਗੂੜਾ ਹੈ ਇਹਨਾਂ ਦਾ। ਕਹਿਣ ਤੋਂ ਸ਼ੁਰੂ ਹੁੰਦਾ ਹੈ ਤੇ ਮੰਨਣ ਦੇ ਸਪੂਰਨ ਹੋ ਜਾਂਦਾ ਹੈ। ਕਹਿਣ ਤੋਂ ਗੱਲ ਸ਼ੁਰੂ ਹੁੰਦੀ ਹੈ ਤੇ ਮੰਨਣ ਤੇ ਜਾ ਕੇ ਸੰਪੂਰਨ ਹੋ ਜਾਂਦੀ ਹੈ।
ਕਹਿਣ ਵਾਲੇ ਬਹੁਤੇ ਹੁੰਦੇ ਨਹੀਂ, ਸੁਣਨ ਵਾਲੇ ਸਰੋਤੇ ਬਹੁਤੇ ਹੁੰਦੇ ਨੇ। ਹੁਣ ਜੀਵਨ ਦੀ ਜਿਹੜੀ ਸਾਡੀ ਉਸਾਰੀ ਹੈ ਨਾ, ਅਸਲ ਵਿੱਚ ਜਿੱਥੋਂ ਅਸੀਂ ਆਨੰਦ ਤੇ ਪਹੁੰਚਣਾ, ਵਿਕਾਸ ਤੇ ਪਹੁੰਚਣਾ, ਉਹ ਸਾਰੇ ਫੈਸਲੇ ਸਾਡੇ ਸੁਣਨ ਦੇ ਉੱਤੇ ਨਿਰਭਰ ਕਰਦੇ ਆ। ਜਿਹੜੀ ਸਾਡੇ ਜੀਵਨ ਦੀ ਉਸਾਰੀ ਹੈ, ਇਹ ਸਾਡੇ ਸੁਣਨ ਦੇ ਉੱਤੇ ਨਿਰਭਰ ਕਰਦੀ ਹੈ। ਕਹਿਣ ਵਾਲਾ ਕਹਿ ਗਿਆ, ਅਸੀਂ ਉਹਨੂੰ ਸੁਣਿਆ ਨਹੀਂ, ਅਸੀਂ ਉਹਨੂੰ ਫਿਰ ਮੰਨਿਆ ਨਹੀਂ, ਤੇ ਫਿਰ ਉਸਾਰੀ ਜਾਂ ਵਿਕਾਸ ਵਾਲੇ ਪਾਸੇ ਅਸੀਂ ਨਹੀਂ ਪਹੁੰਚ ਸਕਦੇ। ਸੁਣਨ ਵਾਲੇ ਨੂੰ, ਕਹਿਣ ਵਾਲੇ ਤੇ ਵਿਸ਼ਵਾਸ ਵੀ ਹੋਣਾ ਬੜਾ ਜ਼ਰੂਰੀ ਹੈ। ਇਹਦਾ ਮਤਲਬ ਇਹ ਹੈ, ਸੁਣਨ ਵਾਲੇ ਨੂੰ, ਕਹਿਣ ਵਾਲੇ ਤੇ ਵਿਸ਼ਵਾਸ ਹੋਣਾ ਵੀ ਬੜਾ ਜ਼ਰੂਰੀ ਹੈ ਵੀ ਜਿਹਦੀ ਗੱਲ ਅਸੀਂ ਸੁਣ ਰਹੇ ਹਾਂ ਉਹ ਠੀਕ ਹੋਏਗੀ। ਸੁਣਨ ਵਾਲੇ ਨੂੰ ਜੇ ਵਿਸ਼ਵਾਸ ਨਹੀਂ ਹੈ ਤੇ ਉਹ ਤਾਂ ਵੀ ਮੰਨਣ ਤੱਕ ਨਹੀਂ ਜਾ ਸਕਦਾ। ਹੁਣ ਗੱਲ ਇਹ ਹੈ ਵੀ ਸੁਣਨਾ ਕੀ ਹੈ। ਇਹ ਗੁਰੂ ਸਾਹਿਬ ਜੀ ਨੇ ਗੁਰਬਾਣੀ 'ਚ ਦੱਸਿਆ ਹੈ, ਇਹ ਸਰਬਨੋ ਮੇਰਿਓ ਸੱਚ ਹੈ, ਸੱਚ ਸੁਣਨੇ ਨੂੰ ਪਠਾਏ, ਸੱਚ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤਬਾਣੀ। ਹੁਣ ਸੁਣਨ ਦੀ ਗੱਲ ਜਿੱਥੇ ਉਹ ਸਤਬਾਣੀ ਦੀ ਹੈ। ਫਿਰ ਕਿ ਹੋਇਆ ਕੀ, ਕਹਿੰਦੇ ਨੇ ਜਿਤ ਸੁਣੀ ਮਨ ਤਨ ਹਰਿਆ ਹੋਗਾ, ਇਹ ਹੈ ਵਿਕਾਸ। ਹੁਣ ਇਹਦੇ ਮਤਲਬ ਸੁਣਨ ਦੇ ਵੀ ਗੱਲ ਸਾਨੂੰ ਸਮਝਣੀ ਬੜੀ ਜ਼ਰੂਰੀ। ਸੁਣਨਾ ਕੀ ਚੀਜ਼ ਹੈ? ਉਹ ਹੈ ਸਤਬਾਣੀ ਹੈ। ਉਹ ਬਾਣੀ ਕੀ ਹੈ? ਉਹ ਹਰ ਪਰਮੇਸ਼ਰ ਦਾ ਹੁਕਮ ਹੈ ਜੋ ਬਾਣੀ ਦੇ ਵਿੱਚ ਹੈ। ਤੋ ਰਸਨਾ ਰਸ ਸਮਾਣੀ ਦੀ ਗੱਲ ਜਦੋਂ ਇਹ ਸੁਣਿਆ, ਮਨ ਤਨ ਹਰਿਆ, ਰਸਨਾ ਦੇ ਵਿੱਚ ਆਨੰਦ, ਕਹਿਣ ਦਾ ਮਤਲਬ ਇਹ ਹੈ ਵੀ ਜਦੋਂ ਇਸ ਅਵਸਥਾ ਤੇ ਅਸੀਂ ਇਸ ਗੱਲ ਨੂੰ ਮੰਨ ਲੈਂਦੇ ਹਾਂ ਵੀ ਸੁਣਨਾ ਕੀ ਹੈ, ਤਾਂ ਫਿਰ ਸਾਡੀ ਗੱਲ ਇੱਥੇ ਸ਼ੁਰੂ ਹੁੰਦੀ ਹੈ। ਤੇ ਨਾਲ ਇਹ ਵੀ ਹਦਾਇਤ ਕਰ ਦਿੱਤੀ ਵੀ ਇਹ ਨਹੀਂ ਸੁਣਨਾ। ਇਹ ਵੀ ਗੱਲ ਅੱਗੇ ਦੱਸ ਦਿੱਤੀ ਗੁਰੂ ਸਾਹਿਬ ਜੀ ਨੇ ਗੁਰਬਾਣੀ 'ਚ। ਉਹ ਕਹਿੰਦੇ ਨੇ ਗੁਰੂ ਅਰਜਨ ਦੇਵ ਪਾਤਸ਼ਾਹ, ਮੇਰੇ ਮੋਹਨ ਸਰਵਨੀ ਇਹ ਨਾ ਸੁਣਾਏ। ਪਿਆਰੇ, ਇਹ ਗੱਲਾਂ ਨਹੀਂ ਸੁਣਨੀਆਂ। ਕਿਹੜੇ? ਸਾਕਿਤ ਗੀਤ ਨਾਦ ਧੁਨ ਗਾਵਤ, ਬੋਲਤ ਬੋਲ ਅਜਾਏ। ਹੁਣ ਦੇਖੋ, ਜੇ ਇਹ ਗੱਲਾਂ ਸੁਣਦੇ ਆ ਤਾਂ ਫਿਰ ਉਹਨੂੰ ਸਾਕਿਤ ਦੀ ਗੱਲ ਕੀਤੀ ਹੈ ਗੁਰੂ ਪਾਤਸ਼ਾਹ ਜੀ ਨੇ। ਉਹਨਾਂ ਦਾ ਬੋਲਣਾ ਸੁਣਨਾ ਵਿਅਰਥ ਹੈ। ਬੋਲਣ ਦੀ, ਸੁਣਨ ਦੀ ਉਹਨਾਂ ਦੀ ਕੋਈ ਕੀਮਤ ਨਹੀਂ ਹੈ। ਇਹਦਾ ਮਤਲਬ ਇਹ ਹੈ ਵੀ ਅਸਲ ਵਿੱਚ ਸੁਣਨ ਦੀ ਕੀਮਤ ਉਹੀ ਹੈ ਜਿਹੜੀ ਅਸੀਂ ਉਹਦੇ ਸੱਚ ਦੀ ਗੱਲ ਦੇ ਨਾਲ ਸੁਣਨੇ ਆ। ਸਾਡੇ ਜੀਵਨ ਦਾ ਮਕਸਦ ਸੱਚ ਦੀ ਗੱਲ ਸੁਣਨ ਦਾ ਹੈ। ਗੁਰੂ ਸਾਹਿਬ ਜੀ ਨੇ ਜਿਹੜੀ ਗੱਲ ਸਮਝਦੇ, ਸਾਨੂੰ ਕਿਤੇ ਭੁਲੇਖਾ ਨਾ ਲੱਗ ਜਾਏ ਅਸੀਂ ਸੁਣਨਾ ਕੀ ਹੈ। ਇਹ ਗੱਲ ਬੜੀ ਸਮਝਣ ਵਾਲੀ ਹੈ। ਇਹਨਾਂ ਬੋਲਾਂ ਵਿੱਚ ਗੁਰੂ ਸਾਹਿਬ ਜੀ ਨੇ ਸਾਨੂੰ ਜੋ ਸੁਣਨ ਦੀਆਂ ਗੱਲਾਂ ਕੀਤੀਆਂ ਨਾ, ਮਨੁੱਖ ਬਣਦਾ ਉਹ ਕੁਝ ਹੀ ਹੈ ਜੋ ਸਰੋਤਾ ਹੋ ਕੇ ਉਹ ਸੁਣਦਾ ਹੈ। ਸੁਣਨ ਨਾਲ ਮਤ ਦੀ ਜਿਹੜੀ ਕਹਿੰਦੇ ਟੇਪ ਹੈ ਨਾ, ਉਹਦੇ ਤੇ ਰਿਕਾਰਡ ਹੋ ਜਾਂਦਾ ਹੈ। ਕੰਨ ਜਿਹੜੇ ਨੇ ਉਹ ਰਿਕਾਰਡਿੰਗ ਦਾ ਸਵਿਚ ਹੈ, ਤੇ ਜਿਹੜੀ ਰਸਨਾ ਸਾਡੀ ਇਹ ਪਲੇ ਸਵਿਚ ਹੈ। ਰਸਨਾ ਜਿਹੜੀ ਸਾਡੀ ਹੈ ਸਵਿਚ ਪਲੇ ਸਵਿਚ ਹੈ। ਜੋ ਕੁਝ ਅਸੀਂ ਬੋਲਦੇ ਹਾਂ, ਜੋ ਕੁਝ ਅਸੀਂ ਸੁਣਦੇ ਹਾਂ, ਜੋ ਕੁਝ ਅਸੀਂ ਬੋਲਦੇ ਹਾਂ ਉਹੀ ਬੋਲਦੇ ਚ ਸੁਣਿਆ ਹੁੰਦਾ ਹੈ। ਹੁਣ ਜੇ ਸੁਣਿਆ ਹੀ ਨਹੀਂ, ਦੇਖੋ ਬੱਚਾ ਜਨਮ ਲੈਂਦਾ ਹੈ, ਬੱਚਾ ਜਨਮ ਲੈ ਕੇ ਉਹਨੂੰ ਇੱਕ ਥਾਂ ਤੇ ਵੱਖਰਾ ਰੱਖ ਦਿਓ, ਉਹਦੇ ਨਾਲ ਕੋਈ ਗੱਲ ਨਾ ਕਰੋ, ਉਹ ਬੋਲੇਗਾ ਹੀ ਨਹੀਂ। ਪਹਿਲਾਂ ਸੁਣਦਾ ਫਿਰ ਬੋਲਣਾ ਸਿੱਖਦਾ ਹੈ। ਤੁਸੀਂ ਦੇਖੋ, ਅਸੀਂ ਘਰ ਛੋਟਾ ਬੱਚਾ ਹੁੰਦਾ, ਉਹਨੂੰ ਪਹਿਲਾਂ ਜੋ ਬਾਰ-ਬਾਰ ਬੋਲਦੇ ਆ, ਜਿਹੜੀ ਗੱਲ ਸ਼ਬਦੋਂ ਦੇ ਕੇ ਬੋਲਦਾ, ਪਹਿਲਾਂ ਉਹ ਬੋਲ ਪੈਂਦਾ ਹੈ ਕਿਉਂਕਿ ਉਹਨੇ ਸੁਣਿਆ ਉਹ ਹੈ। ਬੱਚਾ ਉਹ ਕੁਝ ਹੀ ਸਿੱਖਦਾ ਨਾ, ਜੋ ਉਹਨੇ ਸੁਣਿਆ ਹੈ ਉਹੀ ਬੋਲਦਾ ਹੈ। ਜਿਹੜੀਆਂ ਚੀਜ਼ਾਂ ਅਸੀਂ ਬਾਰ-ਬਾਰ ਉਹਦੇ ਅੱਗੇ ਰਿਪੀਟ ਕਰਦੇ ਹਾਂ, ਬਾਰ-ਬਾਰ ਬੁਲਾਉਂਦੇ ਹਾਂ, ਉਹ ਫਿਰ ਉਹ ਬੋਲਣਾ ਸ਼ੁਰੂ ਕਰ ਦਿੰਦਾ। ਇਹਦਾ ਮਤਲਬ ਪਹਿਲਾਂ ਗੱਲ ਸੁਣਨ ਤੋਂ ਸ਼ੁਰੂ ਹੋਈ ਹੈ। ਤੁਸੀਂ 20 ਸਾਲ ਵੀ ਉਹਨੂੰ ਵੱਖਰਾ ਰੱਖ ਦਿਓ, ਉਹਦੇ ਅੱਗੇ ਕੁਛ ਨਾ ਬੋਲੋ, ਨਹੀਂ ਬੋਲੇਗਾ। ਕਦੀ ਉਹਨੂੰ ਕੁਛ ਨਾ ਸੁਣਾਓ, ਕੁਛ ਨਹੀਂ ਬੋਲੇਗਾ। ਬਿਲਕੁਲ 100% ਨਹੀਂ ਬੋਲੇਗਾ, ਕਿਉਂਕਿ ਉਹਨੇ ਸੁਣਨਾ ਤੇ ਫਿਰ ਬੋਲਣਾ। ਇਹਦਾ ਮਤਲਬ ਜੋ ਅਸੀਂ ਸੁਣਦੇ ਹਾਂ ਉਹਦਾ ਸੰਬੰਧ ਬੋਲਣ ਨਾਲ ਵੀ ਹੈ। ਹੁਣ ਜੇ ਅਸੀਂ ਲੱਚਰ ਗੀਤ, ਗੰਦ, ਜਿਹੜੇ ਬੋਲਤ ਬੋਲ ਅਜਾਏ ਦੀ ਗੱਲ ਸੁਣੀ ਹੈ ਤੇ ਜ਼ਬਾਨ ਵੀ ਉਹੀ ਬੋਲੇਗੀ।
पर जे इस सुनन दे विच साडे रब्बी हुक्म है, रब्बी प्यार है, रब्बी आनंद है, फिर रसा भी ओह कुछ बोलेगी। सारा दिन तुसीं देख लो, किते कोई पिक्चर का गाना सुन लो तुसीं, ते जबान उस दिन सारा दिन उही गांदी रहिंदी है। पर जे तुसीं कीर्तन सुनिया होवे ते तुहाडी रचना भी ओह कुछ गांदी है। ਇਹ ਸਾਰਿਆਂ ਨਾਲ ਵਾਪਰਦਾ ਹੈ, ਮੇਰੇ ਨਾਲ ਵੀ ਇਹੋ ਕੁਝ ਹੀ ਵਾਪਰਦਾ ਹੈ। ਇਸੇ ਕਰਕੇ ਸੁਣਨ ਦੀਆਂ ਗੱਲਾਂ ਦੇ ਉੱਤੇ ਵੀ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਸੁਣਨ ਦੀ ਗੱਲ ਜਿਹੜੀ ਉਹ ਸਮਝਾ ਦਿੱਤੀ ਹੈ। ਸੁਣਨ ਦੀ ਜਦੋਂ ਗੱਲ ਆ ਗਈ, ਫਿਰ ਗੁਰੂ ਪਾਤਸ਼ਾਹ ਨੇ ਸ੍ਰੀ ਰਾਗ ਵਿੱਚ ਇੱਕ ਸ਼ਬਦ ਲਿਖਿਆ, ਗੁਰੂ ਸਾਹਿਬ ਜੀ ਨੇ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਦੇ 'ਚ ਬੜੀ ਕਮਾਲ ਦੀ ਗੱਲ ਕੀਤੀ। ਕਹਿੰਦੇ ਸਭ ਰਸ ਮਿੱਠੇ ਮੰਨੀਏ, ਸੁਣੀਏ ਸਾਲੋਂ ਨੇ। ਬਸ ਇਹ ਗੱਲ ਅਸਲ ਤੱਤ ਹੈ। ਜੇ ਸਾਨੂੰ ਸਮਝ ਦੀ ਗੱਲ, ਫਿਰ ਲੂਣ ਵਾਲਾ ਪਦਾਰਥ ਜਾਂ ਮਿੱਠਾ ਪਦਾਰਥ, ਇਹ ਸਾਰੀ ਕਹਾਣੀ ਕਦੋਂ ਸਮਝ ਆਉਂਦੀ ਹੈ? ਜਦੋਂ ਸਾਨੂੰ ਸੁਣਨ ਦੀ ਜਾਚ ਆ ਜਾਂਦੀ ਹੈ। ਸੁਣਨਾ ਕੀ ਹੈ? ਦੇਖੋ, ਭੋਜਨ ਅਸੀਂ ਬਾਰ-ਬਾਰ ਛਕਦੇ ਹਾਂ, ਚੰਗਾ ਵਧੀਆ ਭੋਜਨ ਹੈ, ਮਿੱਠਾ ਪਾਉਂਦੇ ਹਾਂ, ਨਮਕੀਨ ਕਰਦੇ ਹਾਂ, ਕਈ ਚੀਜ਼ਾਂ ਹੁੰਦੀਆਂ ਨੇ। ਵੱਖਰਾ ਵੱਖਰਾ ਤਾਂ ਸਾਡੇ ਸੰਸਾਰ 'ਚ ਭੋਜਨ ਤਿਆਰ ਕੀਤਾ ਹੋਇਆ ਪ੍ਰਮਾਤਮਾ ਨੇ। ਹੁਣ ਮਸਲਾ ਵੀ ਅਸੀਂ ਕੀ ਸੁਣਨਾ ਹੈ, ਅਸੀਂ ਕਿ ਉਸ ਭੋਜਨ ਚੋਂ ਛਕਣਾ। ਉਹ ਹੈ ਸਾਚੇ ਸੁਣਨੇ ਨੂੰ ਪਠਾਏ। ਤੇ ਜਦੋਂ ਸਾਚੇ ਸੁਣਨੇ ਨੂੰ ਪਠਾਏ ਦੀ ਗੱਲ ਸਾਨੂੰ ਸਮਝ ਆਉਣੀ ਸ਼ੁਰੂ ਹੋ ਗਈ, ਫਿਰ ਇਹ ਸੁਣਨਾ ਵੀ ਗਿਣਤੀਆਂ ਨਾਲ ਨਹੀਂ ਹੈ, ਗਿਣਤੀਆਂ ਮਿੰਤੀਆਂ ਦੇ ਨਾਲ ਵੀ ਅਸੀਂ ਇੰਨੀ ਵਾਰੀ ਕਰ ਲਿਆ, ਇੰਨੀ ਵਾਰੀ ਪੜ੍ਹ ਲਿਆ, ਇੰਨੀ ਵਾਰੀ ਸੁਣ ਲਿਆ ਨਾ। ਇਹ ਤਾਂ ਅਨਲਿਮਟਡ ਹੈ, ਪ੍ਰੋਸੈਸ ਹੈ, ਇੱਕ ਚੱਲਦਾ ਹੀ ਜਾਏਗਾ। ਔਰ ਇਹ ਪ੍ਰੋਸੈਸ ਚੱਲਣਾ ਵੀ ਚਾਹੀਦਾ। ਜਿਹੜਾ ਇਹ ਪ੍ਰੋਸੈਸ ਹੈ, ਇਹ ਚੱਲਣਾ ਵੀ ਚਾਹੀਦਾ। ਗੁਰੂ ਹੁਕਮ ਦੇ ਰਿਹਾ ਸਾਨੂੰ, ਜਿਹੜਾ ਹੁਕਮ ਦੀ ਗੱਲ ਸੀ ਨਾ, ਮੈਂ ਫਿਰ ਬੇਨਤੀ ਉੱਥੇ ਕਰਦੇ ਹਾਂ ਕਿ ਗੁਰੂ ਹੁਕਮ ਦੇ ਰਿਹਾ, ਪਰਮਾਤਮਾ ਦੇ ਹੁਕਮ ਹੋ ਗਿਆ, ਗੁਰੂ ਉਸ ਹੁਕਮ ਦੀ ਵਿਆਖਿਆ ਕਰਕੇ ਸੁਣਾ ਰਿਹਾ। ਹੁਣ ਗੁਰੂ ਕੋਲੋਂ ਅਸੀਂ ਉਹ ਹੁਕਮ ਦੀ ਵਿਆਖਿਆ ਸੁਣਨੀ ਹੈ। ਪਰਮਾਤਮਾ ਨੇ ਹੁਕਮ ਦੇ ਦਿੱਤਾ, ਗੁਰੂ ਨੇ ਉਸ ਹੁਕਮ ਦੀ ਵਿਆਖਿਆ ਕਰ ਦਿੱਤੀ। ਸਾਰੀ ਗੁਰਬਾਣੀ ਕੀ ਹੈ? ਪਰਮੇਸ਼ਰ ਦੇ ਹੁਕਮ ਦੀ ਵਿਆਖਿਆ ਤਾਂ ਹੈ। ਹੁਣ ਉਸ ਗੁਰਬਾਣੀ ਨੂੰ, ਉਸ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਜੇ ਅਸੀਂ ਉਸ ਗੁਰਬਾਣੀ ਦੀ ਗੁਰੂ ਵੱਲੋਂ ਦੱਸੀ ਹੁਕਮ ਦੀ ਵਿਆਖਿਆ ਨੂੰ ਨਹੀਂ ਸੁਣਿਆ, ਤੇ ਕਹਾਣੀ ਮੁੱਕ ਗਈ। ਬਸ ਜੀਵਨ ਦਾ ਤਾਂ ਮਨੋਰਥ ਹੀ ਪੂਰਾ ਨਹੀਂ ਹੋ ਸਕਿਆ, ਜੀਵਨ ਦਾ ਤਾਂ ਮਕਸਦ ਹੀ ਪੂਰਾ ਨਹੀਂ ਹੋ ਗਿਆ। ਅਸੀਂ ਹੋਰ ਚੀਜ਼ਾਂ ਸੁਣ ਲਈਆਂ। ਪਹਿਲਾਂ ਗੁਰੂ ਦੇ ਉਸ ਪਰਮਾਤਮਾ ਦੇ ਹੁਕਮ ਨੂੰ ਗੁਰੂ ਦੀ ਬਾਣੀ ਰਾਹੀਂ ਸੁਣੀਏ। ਜਦੋਂ ਗੁਰੂ ਦੀ ਬਾਣੀ ਰਾਹੀਂ ਉਹ ਸੁਣਾਂਗੇ, ਕਿਉਂਕਿ ਉਹ ਪਰਮਾਤਮਾ ਜਿਸ ਹੁਕਮ ਨਾਲ ਸਾਰੇ ਸੰਸਾਰ ਦੀ ਕਾਰ ਚਲਾ ਰਿਹਾ, ਜਦੋਂ ਅਸੀਂ ਗੁਰੂ ਦੇ ਬਾਣੀ ਰਾਹੀਂ ਉਸ ਹੁਕਮ ਨੂੰ ਸੁਣਿਆ, ਤਾਂ ਫਿਰ ਸਾਨੂੰ ਸਮਝ ਆ ਗਈ ਵੀ ਸੰਸਾਰ ਦੀ ਕਾਰ ਕਿਵੇਂ ਚੱਲ ਰਹੀ ਹੈ। ਉਹ ਹੈ ਸੁਣਿਆ ਸਿੱਧ ਪੀਰ ਸਰਨਾਥ ਵਾਲੀ ਗੱਲ। ਇਹ ਅਵਸਥਾ ਦਾ ਗਿਆਨ ਹੋ ਜਾਂਦਾ ਹੈ। ਇਹ ਜਦੋਂ ਗੁਰੂ ਦੀ ਬਾਣੀ ਸਮਝ ਆਉਂਦੀ ਹੈ, ਪਤਾ ਲੱਗਦਾ ਕੁਝ ਵੀ ਨਹੀਂ ਹੈ। ਇਹ ਹੈ ਕੀ ਇਹਨਾਂ ਦੇ ਪੱਲੇ, ਜਿਨ੍ਹਾਂ ਨੂੰ ਲੋਕੀ ਪੂਜਾ ਕਰਦੇ ਨੇ, ਜਿਨ੍ਹਾਂ ਦੇ ਲੋਕੀ ਸਲਾਮਾਂ ਮਾਰਦੇ ਨੇ, ਇਸ ਤਰ੍ਹਾਂ ਕਰਦੇ ਨੇ, ਇਹਨਾਂ ਦੇ ਪੱਲੇ ਕੀ ਹੈ? ਜਦੋਂ ਗੁਰੂ ਦੇ ਹੁਕਮ ਦੀ ਕਾਰ ਸਮਝ ਆ ਗਈ, ਸੱਚਮੁੱਚ ਇਹ ਸਾਨੂੰ ਤੁੱਛ ਜਿਹੇ ਲੱਗਦੀਆਂ ਚੀਜ਼ਾਂ ਨੇ, ਜਿਹਨੂੰ ਅਸੀਂ ਕਹਿੰਦੇ 9 ਨਿਧੀਆਂ 18 ਸਿੱਧੀਆਂ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾਏ। ਇਹ ਉਹੀ ਕਹਾਣੀ ਹੈ ਸਾਰੀ ਇੱਥੇ ਜਿਸ ਦੇ ਸਰਨਾਥ ਦੀ। ਜਿਸ ਸ਼ਬਦਾਰਥ ਵਿੱਚ ਵੀ ਇਹਦੇ ਅਰਥ ਕੀਤੇ, ਪ੍ਰੋਫੈਸਰ ਹਰਬੰਸ ਸਿੰਘ ਜੀ ਨੇ ਅਰਥ ਕੀਤੇ, ਵੀ ਇਹਨਾਂ ਦੇ ਅਸਲੀਅਤ ਗਿਆਨ ਹੋ ਜਾਂਦੀ ਹੈ। ਕਿਉਂਕਿ ਬਾਕੀ ਸ਼ਬਦ ਸਾਰਾ ਜਿਹੜਾ ਲੱਗਦਾ ਹੈ, ਉਹ ਦੀਪਾਂ ਲੋਹਾਂ ਦੀ ਗੱਲ ਚੱਲਦੀ ਹੈ, ਉਹਨਾਂ ਦੀ ਅਸਲੀਅਤ ਦੇ ਗਿਆਨ ਦੀ ਹੋ ਰਹੀ ਹੈ। ਉਹਦੀ ਸੋਚ ਦਾ ਦਾਇਰਾ ਗੁਰੂ ਦੀ ਬਾਣੀ ਨਾਲ ਵਿਸ਼ਾਲ ਜਿਹਾ ਹੋ ਜਾਂਦਾ। ਉਹਨਾਂ ਨੂੰ ਦੀਪਾਂ ਲੋਹਾਂ ਮੰਡਲਾਂ ਦੀ ਹਰ ਪਤਾ ਵੀ ਇਹ ਵਾਹਿਗੁਰੂ ਦੀ ਬੇਅੰਤਤਾ ਹੈ। ਉਹ ਇਹ ਨਹੀਂ ਫਿਰ ਸੋਚਦਾ ਵੀ ਇਹ ਕਿਵੇਂ ਆਇਆ, ਕਿਸ ਤਰ੍ਹਾਂ ਬਣਿਆ। ਬਸ ਉਹਦੀ ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ ਕਰਦਾ 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 ਇਹੋ ਜਿਹਾ ਮਨੁੱਖ ਫਿਰ ਇਹ ਸੁਣਿਆ। ਜਦੋਂ ਗੁਰੂ ਦੇ ਬਾਣੀ ਰਾਹੀਂ ਗੁਰੂ ਪਰਮੇਸ਼ਰ ਦਾ ਹੁਕਮ ਸੁਣਦਾ, ਤੇ ਫਿਰ ਸੁਣਦਾ ਸੁਣਦਾ ਬੋਲਦਾ ਵੀ ਹੈ, ਤੂੰ ਹੀ ਤੂੰ, ਤੂੰ ਹੀ ਤੂੰ। ਦੀਪਾਂ ਲੋਹਾਂ ਮੰਡਲਾਂ ਪਤਾਲਾਂ ਆਕਾਸ਼ਾਂ, ਇਹ ਸਾਗਰਾਂ, ਤੂੰ ਸਾਗਰਾਂ ਵਿੱਚ, ਰਤਨਾਗਰਾਂ ਵਿੱਚ, ਹਰ ਜਗ੍ਹਾ ਤੂੰ ਹੀ ਤੂੰ ਹੈ। ਬਸ ਇਹ ਹੈ ਸੁਣਨਾ। ਇਹ ਹੈ ਉਹਦੀ ਬੇਅੰਤਤਾ ਦੀ ਗੱਲਬਾਤ ਸਾਰੀ, ਜੋ ਸਮਝ ਆਉਂਦੀ ਹੈ ਇਹਨਾਂ ਪੌੜੀਆਂ ਦੇ ਵਿੱਚੋਂ, ਜਿਹੜੀਆਂ ਸੁਣਨ ਦੀਆਂ ਪੌੜੀਆਂ ਨੇ। ਤਾਂ ਸੁਣਨਾ, ਸਭ ਤੋਂ ਪਹਿਲਾਂ ਸੁਣਨ ਦੀ ਗੱਲ ਬੜੀ ਜ਼ਰੂਰੀ ਹੈ ਕਿ ਸੁਣਨਾ ਕੀ ਹੈ। ਬਸ ਸੁਣਨਾ ਤਾਂ ਇੱਕ ਨਾਮ ਦੀ ਹੈ, ਉਹਦਾ ਹੁਕਮ ਦੀ ਗੱਲ ਸੁਣਨੀ ਹੈ। ਉਹ ਗੁਰੂ ਕੋਲੋਂ ਸੁਣਿਆ ਜਾਂਦਾ। ਗੁਰੂ ਨੇ ਸਾਨੂੰ ਬਾਣੀ 'ਚ ਸਮਝਾਇਆ, ਜਿਹੜੀ ਆਪਾਂ ਕੋਸ਼ਿਸ਼ ਕਰ ਰਹੇ ਹਾਂ ਇਸ ਵਿਚਾਰ ਰਾਹੀਂ ਉਹਨਾਂ ਗੱਲਾਂ ਨੂੰ ਸੁਣਨ ਦੀ। ਤੋ ਮੈਨੂੰ ਜੋ ਸਮਝ ਆਉਂਦਾ ਹੈ, ਪਾਤਸ਼ਾਹ ਜੀ ਨੇ ਜੋ ਬਖਸ਼ਿਸ਼ ਕੀਤੀ ਹੈ, ਉਹ ਇਹੋ ਹੀ ਲੱਗਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।